ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸੰਤੋਖ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦੀ ਸੇਵਾ ਦਾ ਸੰਘਰਸ਼ ਜੋ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਅੱਜ ਤੱਕ ਜਾਰੀ ਹੈ। ਜੋ ਦੀਵਾ ਜਥੇਦਾਰ ਜੀ ਜਲਾ ਕੇ ਗਏ ਸੀ ਉਹਦੀ ਬਾਗਡੋਰ ਅੱਜ ਉਹਨਾਂ ਦੇ ਸਪੁੱਤਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਵ ਅਧਿਕਸ਼ ਅਤੇ ਜਾਗੋ ਪਾਰਟੀ ਦੇ ਪ੍ਰੈਜ਼ੀਡੈਂਟ ਅੱਜ ਸਾਡੇ ਵਿੱਚ ਮੌਜੂਦ ਨੇ। ਆਓ ਉਹਨਾਂ ਦਾ ਸਵਾਗਤ ਕਰੀਏ। ਮਨਜੀਤ ਸਿੰਘ ਜੀਕੇ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਮਾਡਲਿੰਗ ਲਾਈਨ ਤੋਂ ਰਿਲੇਟਡ ਹਾਂ ਅਤੇ ਮਾਡਲਿੰਗ ਲਾਈਨ ਤੋਂ ਰਿਲੇਟਡ ਹੀ ਮੈਂ ਕੁਐਸਚਨ ਸ਼ੁਰੂ ਕਰਨਾ ਚਾਹਾਂਗਾ ਕਿ ਸਾਡੇ ਜਿੰਨੇ ਵੀ ਸਾਬਤ ਸਰੂਪ ਮਾਡਲਸ ਨੇ ਉਹਨਾਂ ਨੂੰ ਬਹੁਤ ਚੈਲੰਜਸ ਫੇਸ ਕਰਨੇ ਪੈਂਦੇ। ਮੈਂ ਵੀ ਚੈਲੰਜਸ ਫੇਸ ਕੀਤੇ ਨੇ ਆਪਣੀ ਲਾਈਫ ਦੇ ਅੰਦਰ ਅਤੇ ਉਹਨਾਂ ਦੇ ਸਪੋਰਟ ਵਾਸਤੇ ਮੈਂ ਜ਼ਰੂਰ ਦੋ ਸ਼ਬਦ ਕਹਾਂਗਾ, ਉਹਦੇ ਬਾਅਦ ਤੁਸੀਂ ਆਪਣੇ ਵਿਚਾਰ ਪ੍ਰਗਟ ਕਰਨਾ। ਆਪਣੀ ਇੰਡਸਟਰੀ ਦੇ ਅੰਦਰ ਮਾਡਲਿੰਗ ਇੰਡਸਟਰੀ ਕਹਿ ਲਓ ਜਾਂ ਐਂਟਰਟੇਨਮੈਂਟ ਇੰਡਸਟਰੀ ਕਹਿ ਲਓ, ਉਹਨਾਂ ਨੂੰ ਪੁਸ਼ ਕੀਤਾ ਜਾਂਦਾ ਹੈ ਮੁੰਡਿਆਂ ਨੂੰ, ਯੰਗ ਮੁੰਡਿਆਂ ਨੂੰ ਵੀ, ਕਿ ਉਹ ਆਪਣੇ ਕੇਸ ਕਤਲ ਕਰਨ ਜਾਂ ਕੁਝ ਵੀ ਉਲਟਾ ਸਿੱਧਾ ਜੋ ਵੀ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਉਹਦੇ ਕਰਕੇ ਉਹ ਵਿੱਚ ਮਜ਼ਦਾਰ ਜਿਹਨੂੰ ਜਿਵੇਂ ਕਹਿੰਦੇ ਨਾ ਫਸ ਜਾਂਦਾ ਬੰਦਾ, ਉਹ ਕੁਝ ਵੀ ਕਰਨ ਦੇ ਵਿੱਚ ਅਸਮਰਥ ਹੋ ਜਾਂਦੇ ਨੇ। ਮੈਂ ਵੀ ਇਹ ਫੇਸ ਕੀਤਾ ਹੈ। ਟੱਚਵੁੱਡ ਮੈਂ ਉਸ ਚੀਜ਼ ਤੋਂ ਬਾਹਰ ਆਇਆ ਔਰ ਜੋ ਸਾਬਤ ਸਰੂਪ ਲੈ ਕੇ ਜੋ ਮੈਨੂੰ ਰਿਸਪੌਂਸ ਮਿਲਿਆ ਉਹਦਾ ਕੋਈ ਜਵਾਬ ਨਹੀਂ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹਾਂ? ਮੈਂ ਸਮਝਦਾ ਕਿ ਤੁਸੀਂ ਬਹੁਤ ਇੰਪੋਰਟੈਂਟ ਸਵਾਲ ਪੁੱਛਿਆ ਔਰ ਜਿਹੜੀ ਸਟਰੀਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹਦੇ 'ਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛਿਆ। ਕੁਦਰਤੀ ਜਿਸ ਤਰੀਕੇ ਨਾਲ ਤੁਸੀਂ ਆਖਿਆ ਕਿ ਮੇਰੇ ਕੋਲ ਇੱਕ ਵਿਰਾਸਤ ਹੈ ਜਥੇਦਾਰ ਸੰਤੋਖ ਸਿੰਘ ਹੋਰਾਂ ਦੀ, ਮੈਂ ਹਮੇਸ਼ਾ ਉਸ ਨੂੰ ਰਿਲੇਟ ਕਰ ਸਕਦਾ। ਪਿਕਚਰਾਂ ਦੇ ਵਿੱਚ ਸਿੱਖਾਂ ਨੂੰ ਇੱਕ ਮਜ਼ਾਕ ਦਾ ਬਾਇਸ ਬਣਾ ਕੇ ਸ਼ੋਅ ਕੀਤਾ ਜਾਂਦਾ ਸੀ, ਇੱਕ ਹਾਸੋ ਹੋਣੀ ਸਿਚੁਏਸ਼ਨ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ। ਮੈਨੂੰ ਯਾਦ ਹੈ ਲੇਟ 60s ਦੇ ਵਿੱਚ ਇੱਕ ਪਿਕਚਰ ਆਈ ਸੀ ਈਵਨਿੰਗ ਇਨ ਪੈਰਿਸ। ਹਾਂਜੀ, ਉਹਦੇ 'ਚ ਰਜਿੰਦਰ ਨਾਥ ਜਿਹੜਾ ਇੱਕ ਐਕਟਰ ਹੁੰਦਾ ਸੀ ਜੀ, ਉਹਨੂੰ ਸਿੱਖ ਬਣਾਇਆ ਔਰ ਇੱਕ ਨਾਈ ਦੀ ਦੁਕਾਨ 'ਤੇ ਬੈਠ ਕੇ ਉਹ ਜਿੱਦਾਂ ਉਸ ਤਰ੍ਹਾਂ ਇੱਦਾਂ ਫੇਰਦੇ ਆ ਅਤੇ ਉਹ ਦਾੜੀ ਟ੍ਰਿਮ ਕਰਾਉਂਦੇ ਦਿਖਾਇਆ। ਜਥੇਦਾਰ ਜੀ ਨੂੰ ਇਹ ਪਤਾ ਲੱਗਾ। ਜਦੋਂ ਪਤਾ ਲੱਗਾ ਤੇ ਦਿੱਲੀ 'ਚੋਂ ਪਿਕਚਰ ਰਿਲੀਜ਼ ਹੋ ਗਈ ਸੀ। ਮਾਡਲ ਟਾਊਨ ਦੇ ਕੋਲ ਇੱਕ ਸਿਨੇਮਾ ਅਲਪਨਾ ਨਵਾਂ ਬਣਿਆ ਸੀ। ਜਥੇਦਾਰ ਜੀ ਨੇ ਉੱਥੇ ਜਾ ਕੇ ਉਹ ਪਿਕਚਰ ਉਤਰਵਾਈ, ਉਹਦੇ ਸ਼ੀਸ਼ੇ ਤੋੜੇ, ਬੜਾ ਬਵਾਲ ਮਚ ਗਿਆ। ਜਿਹੜੇ ਉਹਦੇ ਡਾਇਰੈਕਟਰ ਪ੍ਰੋਡਿਊਸਰ ਸੀ, ਬਹੁਤ ਅਮੀਰ ਆਦਮੀ ਸੀ, ਬੜੀ ਵੱਡੀ ਸਟਾਰ ਕਾਸਟ ਸੀ ਉਹਦੀ, ਉਹ ਜਥੇਦਾਰ ਸਾਹਿਬ ਕੋਲ ਆਉਂਦੇ ਨੇ। ਕੋਈ ਦਿੱਲੀ ਦੇ ਵੱਡੇ ਸਿੱਖਾਂ ਨੂੰ ਲੈ ਕੇ, ਸਰਮੂਨ ਸਿੰਘ ਕੋਕਲਾ ਹੁੰਦੇ ਸੀਗੇ, ਉਹਨਾਂ ਨੂੰ ਲੈ ਕੇ, ਅਤੇ ਉਹ ਆਖਦੇ ਨੇ ਜੀ ਕਿ ਸਾਡਾ ਕਰੋੜ ਰੁਪਇਆ ਉਸ ਜ਼ਮਾਨੇ 'ਚ ਲੱਗਾ ਸੀ ਉਹ ਪਿਕਚਰ ਬਣਾਉਣ ਦੇ ਵਿੱਚ, ਕਿਉਂਕਿ ਪੈਰਿਸ ਜਾ ਕੇ ਸ਼ੂਟਿੰਗ ਹੋਈ ਸੀ, ਯੂਰਪ ਜਾ ਕੇ ਸ਼ੂਟਿੰਗ ਹੋਈ ਸੀ, ਇਹ ਪਿਕਚਰ ਚੱਲਣ ਦਿਓ। ਜਥੇਦਾਰ ਜੀ ਨੇ ਆਖਿਆ ਕਿ ਮੈਨੂੰ ਪਿਕਚਰ ਨਾਲ ਕੋਈ ਤਕਲੀਫ ਨਹੀਂ, ਤੁਸੀਂ ਇੱਕ ਸਿੱਖ ਨੂੰ ਦਾੜੀ ਕੱਟਦੇ ਦਿਖਾ ਰਹੇ ਹੋ, ਨਾਈ ਦੀ ਦੁਕਾਨ 'ਤੇ ਬੈਠਾ ਹਜਾਮਤ ਕਰਾਉਂਦਾ ਪਿਆ, ਇਹ ਸੀਨ ਦਾ ਕੋਈ ਰੈਲੇਵੈਂਸ ਨਹੀਂ, ਤੁਸੀਂ ਇਹ ਸੀਨ ਵਿੱਚ ਕਿਉਂ ਪਾਇਆ? ਉਹ ਕਹਿੰਦੇ ਸਾਡੇ ਪਿਓ ਦੀ ਤੋਬਾ ਜੀ, ਸਾਡੀ ਪਿਕਚਰ ਚੱਲਣ ਦਿਓ, ਅਸੀਂ ਇਹ ਸੀਨ ਕੱਟ ਲੈਂਦੇ। ਸੀਨ ਕੱਟਿਆ ਗਿਆ। ਹਾਂਜੀ, ਅਵੇਅਰਨੈਸ ਆਈ ਹੌਲੀ। ਰੋਟੀ ਕੱਪੜਾ ਔਰ ਮਕਾਨ ਆਈ। ਰੋਟੀ ਕੱਪੜਾ ਔਰ ਮਕਾਨ 'ਚ ਮਨੋਜ ਕੁਮਾਰ ਨੇ ਜਥੇਦਾਰ ਸਾਹਿਬ ਨੂੰ स्पेशली इनवाइट किया। उन्हें कहा कि मैंने इसमें एक सिख का रोल डाला है, जथेदार जी कल को कोई दिक्कत ना हो जाए, आप आएंगे तो मेरा पिक्चर रिलीज़ होने तो पहले वो मूवी दिखाई। ਉਹਦੇ 'ਚ ਪ੍ਰੇਮਨਾਥ ਅਗਰ ਤੁਹਾਨੂੰ ਯਾਦ ਹੋਵੇ ਸਿੱਖ ਬਣਦਾ ਹੈ। ਹਾਂਜੀ, ਔਰ ਪਹਿਲੀ ਦਫਾ ਸਿੱਖ ਦਾ ਪੋਜ਼ਿਟਿਵ ਕਰੈਕਟਰ ਦਿਖਾਇਆ ਗਿਆ। ਔਰ ਮੈਨੂੰ ਯਾਦ ਹੈ ਕਿ 3 ਬੰਦੇ ਇੱਕ ਕੁੜੀ ਦਾ ਰੇਪ ਕਰਦੇ ਨੇ, ਮੈਨੂੰ ਸਟੋਰੀ ਯਾਦ ਨਹੀਂ, ਔਰ ਇਹ ਤਲਵਾਰ ਨਾਲ ਉਹ ਤਿੰਨਾਂ ਨੂੰ ਵੱਢ ਦਿੰਦਾ ਹੈ। ਔਰ ਉਹਦੇ 'ਚ ਇੱਕ ਸਿੱਖ ਦਾ ਸਹੀ ਕਰੈਕਟਰ ਦਿਖਾਇਆ ਕਿ ਜਦੋਂ ਕੁੜੀ ਉਹਦੇ ਕੋਲੋਂ ਜਾ ਕੇ ਮਦਦ ਦੀ ਗੁਹਾਰ ਲਾਉਂਦੀ ਹੈ ਅਤੇ ਕਿਸ ਤਰੀਕੇ ਨਾਲ ਇੱਕ ਸਿੱਖ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਜਿਹੜਾ ਉਸ ਨੂੰ ਅੰਮ੍ਰਿਤਧਾਰੀ ਦਿਖਾਇਆ ਸੀ, ਉੱਤੋਂ ਗਾਤਰਾ ਪਾ ਕੇ ਕਿਰਪਾਨ ਪਾਈ ਸੀ। ਪਹਿਲੀ ਦਫਾ ਪੋਜ਼ਿਟਿਵ ਰੋਲ ਉਦੋਂ ਆਇਆ। ਅਤੇ ਹੌਲੀ ਮੈਂ ਸਮਝਦਾ ਕਿ ਅੱਜ ਕੋਈ ਵੱਡਾ ਐਕਟਰ ਨਹੀਂ ਹੈ ਜਿਹਨੇ ਸਿੱਖ ਦਾ ਰੋਲ ਨਾ ਕੀਤਾ। ਬਿਲਕੁਲ ਠੀਕ ਕਹਿ ਰਹੇ ਹੋ। ਪਿਕਚਰ ਹਿੰਦੀ ਦੀ ਹੈ। ਹਾਂਜੀ, ਐਕਟਰ ਜਿਹੜਾ ਮੇਨ ਲੀਡ ਕਰਨ ਵਾਲਾ ਹੈ ਉਹਦੇ 'ਚ ਭਾਵੇਂ ਸੈਫ ਅਲੀ ਖਾਨ ਹੋਵੇ, ਭਾਵੇਂ ਰਣਬੀਰ ਕਪੂਰ ਹੋਵੇ, ਭਾਵੇਂ ਰਣਧੀਰ ਕਪੂਰ ਹੋਵੇ, ਹੁਣ ਆਮਿਰ ਖਾਨ ਦੀ ਵੀ ਮੂਵੀ ਆ ਰਹੀ ਹੈ, ਆਮਿਰ ਖਾਨ ਦੀ ਵੀ ਮੂਵੀ ਆ ਰਹੀ ਹੈ ਕੁਝ ਚੱਡਾ ਕਰਕੇ। ਹਾਂਜੀ, ਤੇ
ਬੜੇ ਵੱਡੇ ਨਾਂ ਨੇ ਜਿਨ੍ਹਾਂ ਨੇ ਸਿੱਖ ਰੋਲ ਕੀਤਾ ਹੈ। ਮੈਂ ਸਮਝਦਾ ਕਿ ਆਪਾਂ ਕਾਫੀ ਪਿੱਛੇ ਤੋਂ ਹੁਣ ਹੌਲੀ ਪੋਜ਼ਿਟਿਵਿਟੀ ਵੱਲ ਆ ਰਹੇ ਹਾਂ। ਇਹ ਜਿਹੜੀ ਤੁਹਾਡੀ ਖਦਸ਼ਾ ਹੈ, ਜਿਹੜਾ ਤੁਹਾਡਾ ਜਿਹੜੀ ਤੁਹਾਡੀ ਥਾਟ ਹੈ, ਇਹ ਉਸ ਨੂੰ ਕੌਨਫੀਡੈਂਸ ਦੇਗੀ ਸਿੱਖ ਬੱਚਿਆਂ ਨੂੰ। ਕਿਉਂਕਿ ਮੈਂ ਨਿਊਯਾਰਕ ਜਾਵਾਂ ਜਾਂ ਮੈਂ ਪੈਰਿਸ ਜਾਵਾਂ, ਮੈਂ ਵੱਡੇ ਬਿਲਬੋਰਡਸ ਜਿਹੜੇ ਨੇ ਟਾਈਮ ਸਕੁਏਅਰ ਦੇ ਉੱਤੇ, ਉੱਥੇ ਉਹ ਸਿੱਖ ਵੱਡੇ ਮਾਡਲ ਨੇ, ਵਾਰਿਸ ਕਰਕੇ, ਵਾਰਿਸ ਆਹਲੂਵਾਲੀਆ ਸ਼ਾਇਦ, ਕਰੈਕਟ। ਅੱਛਾ, ਉਹਨਾਂ ਦੇ ਮੈਂ ਜਦੋਂ ਦੇਖਦਾ ਵਾਂ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਦੇਖੋ ਇਹ ਦਸਤਾਰ, ਇਹ ਸਰੂਪ ਜੋ ਸਾਨੂੰ ਦਸਮ ਗੁਰੂ ਨੇ ਦਿੱਤਾ ਹੈ, ਉਹ ਅੱਜ ਰੈਕੋਗਨਾਈਜ਼ ਹੋ ਰਿਹਾ ਹੈ। ਬਿਲਕੁਲ ਠੀਕ ਕਹਿ ਰਹੇ ਹੋ। ਸੋ ਮੈਂ ਸਮਝਦਾ ਵਾਂ ਕਿ ਇਹਦੇ ਪਿੱਛੇ ਸਾਡੇ ਕੋਲ ਜਦੋਂ ਕੋਈ ਸ਼ਿਕਾਇਤ ਆ ਜਾਵੇ ਕਿ ਕਿਸੇ ਨੂੰ ਸਿੱਖੀ ਸਰੂਪ ਕਰਕੇ ਤੰਗ ਕੀਤਾ ਜਾ ਰਿਹਾ, ਅਸੀਂ ਉਸ 'ਤੇ ਐਕਸ਼ਨ ਵੀ ਲੈਂਦੇ ਹਾਂ, ਅਸੀਂ ਲੀਗਲ ਪ੍ਰੋਸੈਸ ਵੀ ਅਡਾਪਟ ਕਰਦੇ ਹਾਂ ਔਰ ਉਸ ਨੂੰ ਜਾ ਕੇ ਪ੍ਰੋਟੈਕਟ ਕਰਦੇ ਹਾਂ, ਉਸ ਬੱਚੇ ਨੂੰ ਕੌਨਫੀਡੈਂਸ ਦਿੰਦੇ ਹਾਂ ਕਿ ਅਸੀਂ ਤੇਰੇ ਪਿੱਛੇ ਖੜ੍ਹੇ ਹਾਂ, ਇਸ ਲਈ ਤੇਰੇ ਨਾਲ ਧੱਕਾ ਨਹੀਂ ਹੋਣ ਦਿਆਂਗੇ ਕਿਉਂਕਿ ਤੂੰ ਸਿੱਖ ਹੈ, ਤੇਰਾ ਸਰੂਪ ਇੱਕ ਡਿਫਰੈਂਟ ਹੈ। ਇਹ ਸਰੂਪ ਮੈਂ ਸਮਝਦਾ ਸਾਡੀ ਐਡਵਾਂਟੇਜ ਹੈ, ਸਾਡੀ ਡਿਸਐਡਵਾਂਟੇਜ ਨਹੀਂ ਹੈ। ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ ਇਸੇ ਚੀਜ਼ ਨੂੰ ਅਗਰ ਹੋਰ ਅਸੀਂ ਸਪੋਰਟ ਕਰ ਸਕੀਏ ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖ ਮੁੰਡੇ ਇਸ ਲਾਈਨ 'ਚ ਆ ਸਕਣ, ਅਸੀਂ ਕੁਝ ਆਪਣੇ ਪਲਾਨਸ ਇਨ ਫਿਊਚਰ ਕੁਝ ਐਵੇਂ ਦੇ ਬਣਾ ਸਕੀਏ ਕਿ ਜਿੱਥੇ ਬੱਚੇ ਨੂੰ ਪਤਾ ਹੋਏ ਕਿ ਹਾਂ ਮੇਰਾ ਇੰਟਰਸਟ ਹੈਗਾ ਮਾਡਲਿੰਗ ਦੇ ਅੰਦਰ ਤੇ ਮੈਂ ਇਸ ਇੰਸਟੀਟਿਊਸ਼ਨ ਨੂੰ ਜੁਆਇਨ ਕਰਾਂ, ਜਾਂ ਜਿਵੇਂ ਸਾਡੇ ਕਾਲਜਿਸ ਨੇ, ਕਾਲਜਿਸ ਦੇ ਅੰਦਰ ਕੁਝ ਹੋਰ ਜ਼ਿਆਦਾ ਇਵੈਂਟਸ ਐਸੇ ਹੋਣ ਜਿੱਥੇ ਬੱਚੇ ਹੋਰ ਜ਼ਿਆਦਾ ਐਕਟ ਕਰਨ, ਹੋਰ ਜ਼ਿਆਦਾ ਪਾਰਟ ਲੈਣ, ਉਹਨਾਂ 'ਚ ਕੌਨਫੀਡੈਂਸ ਆਏ ਔਰ ਉਹ ਇਸ ਫੀਲਡ ਅੰਦਰ ਹੋਰ ਅੱਗੇ ਆ ਸਕਣ। ਕੁਝ ਇਹਦੇ ਉੱਤੇ ਵੀ ਆਪਣੇ ਵੱਲੋਂ ਕੁਝ ਹੈ ਪਲਾਨ ਅੱਗੇ? ਦੇਖੋ, ਗੁਰਦੁਆਰਾ ਕਮੇਟੀ ਵੱਲੋਂ ਤੇ ਇਸ ਦਾ ਹਲੇ ਕੋਈ ਪਲਾਨ ਨਹੀਂ ਹੈਗਾ ਜੀ, ਲੇਕਿਨ ਮੈਨੂੰ ਪਤਾ ਹੈ ਡਿਫੈਂਸ ਕਾਲੋਨੀ ਦਿੱਲੀ ਮਾਨਿਕ ਬੇਟਾ ਹੈਗਾ, ਮਾਡਲ ਹੈਗਾ, ਉਹ ਅੱਛਾ ਮਾਡਲ ਹੈ ਔਰ ਚੰਗੀ ਮਾਡਲਿੰਗ ਕਰਦਾ ਹੈ। ਇਸੇ ਤਰੀਕੇ ਨਾਲ ਮੈਂ ਹੋਰ ਲੋਕਾਂ ਨੂੰ ਜਾਣਨਾ ਵਾਂ ਜਿਹੜੇ ਸਿੱਖ ਮਾਡਲ ਨੇ, ਜਿਹੜੇ ਅੱਛਾ ਕੰਮ ਕਰ ਰਹੇ ਨੇ। ਮੈਂ ਸਮਝਦਾ ਕਿ ਜਿਵੇਂ ਹੁਣ ਤੁਸੀਂ ਹੈ, ਤੁਹਾਨੂੰ ਦੇਖ ਕੇ ਜਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਕੈਰੀ ਔਨ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਹੋ, ਇਹ ਹੌਲੀ ਬੱਚਿਆਂ 'ਚ ਹੌਸਲਾ ਆ ਰਿਹਾ। ਔਰ ਮੈਂ ਇਹ ਜ਼ਰੂਰ ਦੇਖਿਆ ਕਿ ਸਿੱਖ ਬੱਚੇ ਜਿਹੜੇ ਨੇ ਉਹ ਫਿਲਮ ਲਾਈਨ ਵਾਲੇ ਪਾਸੇ, ਫਿਲਮ ਲਾਈਨ ਜ਼ਰੂਰੀ ਨਹੀਂ ਕਿ ਉਹਨਾਂ ਨੇ ਸਕਰੀਨ 'ਤੇ ਆਉਣਾ ਹੈ, ਲੇਕਿਨ ਐਡੀਟਿੰਗ ਦਾ ਹੋ ਗਿਆ, ਫੋਟੋਗ੍ਰਾਫੀ ਦਾ ਹੋ ਗਿਆ, ਡਿਜ਼ਾਈਨਿੰਗ ਦਾ ਹੋ ਗਿਆ, ਮਤਲਬ ਇਸ ਡਾਇਰੈਕਸ਼ਨ ਦਾ ਹੋ ਗਿਆ, ਪ੍ਰੋਡਕਸ਼ਨ ਦਾ ਹੋ ਗਿਆ, ਐਡੀਟਿੰਗ ਦਾ ਹੋ ਗਿਆ। ਇਹਦੇ ਵਿੱਚ ਮੈਂ ਦੇਖ ਰਿਹਾ ਕਿ ਬਹੁਤ ਵੱਡੀ ਗਿਣਤੀ 'ਚ ਬੱਚੇ ਜਾ ਰਹੇ ਨੇ ਔਰ ਮਾਡਲ ਤਾਂ ਜਿਹੜਾ ਮੇਨ ਰੋਲ ਹੈ ਉਹ ਤੇ ਚੰਗੇ ਭੱਲੇ ਭਾਵੇਂ ਨੌਨ ਸਿੱਖ ਵੀ ਹੋਣ, ਤੇ ਕਿਸਮਤ ਦੇ ਸੌਦੇ ਨੇ, ਜੇ ਤਾਂ ਚੱਲ ਗਿਆ ਉਹ ਚੱਲ ਗਿਆ। ਬਿਲਕੁਲ ਜੀ, ਤੁਸੀਂ ਬਿਲਕੁਲ ਠੀਕ ਹੈ। ਜੋ ਬੈਕ ਸਕਰੀਨ ਦਾ ਜਿਹੜਾ ਵੀ ਬਾਗਡੋਰ ਹੈ ਉਹ ਆਪਣੇ ਸਿੱਖ ਮੁੰਡਿਆਂ ਨੇ ਅੱਛੀ ਸੰਭਾਲੀ ਹੋਈ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਇੱਕ ਚੀਜ਼ ਹੋਰ ਜੋ ਤੁਸੀਂ ਹੁਣੇ ਜਿਵੇਂ ਅਮਰੀਕਾ ਔਰ ਦੂਸਰੇ ਦੇਸ਼ਾਂ ਦੀ ਗੱਲ ਛੇੜੀ ਹੈ, ਉੱਥੇ ਜੋ ਆਪਣੇ ਸਿੱਖ ਹੈਗੇ ਨੇ, ਥੋੜ੍ਹਾ ਜਿਹਾ ਡਰ, ਥੋੜ੍ਹਾ ਜਿਹਾ ਸਿਕਿਉਰਿਟੀ ਦਾ ਇਸ਼ੂ ਉਹਨਾਂ ਦਾ ਹਮੇਸ਼ਾ ਰਹਿੰਦਾ ਹੈ ਕਿ ਜਿਵੇਂ ਪੱਗ ਬੰਨੀ ਹੋਈ ਹੈ ਤੇ ਉਹ ਥੋੜ੍ਹਾ ਜਿਹਾ ਮੁਸਲਿਮ ਜਾਂ ਜੋ ਆਪਣਾ ਉਸਾਮਾ ਬਿਨ ਲਾਦਨ ਟਾਈਪ ਮਿਸਟੇਕਨ ਆਇਡੈਂਟੀਟੀ, ਹਾਂ, ਉਹਨਾਂ ਦੀ ਮਿਸਟੇਕਨ ਆਇਡੈਂਟੀਟੀ ਦੇ ਕਾਰਨ ਨਾ ਉਹਨਾਂ ਨੂੰ ਥੋੜ੍ਹਾ ਡਰ ਰਹਿੰਦਾ ਹੈ। ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਅਸੀਂ ਕਿਵੇਂ ਹੈਲਪ ਕਰ ਸਕਦੇ ਹਾਂ ਆਪਣੇ ਸਰਦਾਰਾਂ ਦੀ? ਦੇਖੋ, ਅਸੀਂ ਮੈਂ ਸਰਵੇ ਕਰਵਾਇਆ ਸੀਗਾ, 60% ਅਮਰੀਕਨਸ ਨੂੰ ਤਾਂ ਪਤਾ ਹੀ ਨਹੀਂ ਕਿ ਸਿੱਖ ਕੌਣ ਨੇ। ਹਾਂਜੀ, ਮੈਂ ਅੱਜ ਤੋਂ ਕੋਈ 7-8 ਸਾਲ ਪੁਰਾਣੀ ਗੱਲ ਕਰ ਰਿਹਾ। ਜਿਨ੍ਹਾਂ ਨੂੰ ਪਤਾ ਨਹੀਂ ਉਹ 60% ਨੇ, ਜਿਨ੍ਹਾਂ ਨੂੰ ਜਿਹੜੇ ਸਾਨੂੰ ਮੁਸਲਮਾਨ ਸਮਝਦੇ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮੈਂ ਸਮਝਦਾ ਕਿ ਪਹਿਲਾ ਸਿੱਖ 9/11 ਤੋਂ ਬਾਅਦ ਜਿਹੜਾ ਮਾਰਿਆ ਗਿਆ ਉਹ ਸੋਢੀ ਸੀਗਾ, ਅਰੀਜ਼ੋਨਾ ਦੇ ਵਿੱਚ। ਉਹ ਸਭ ਤੋਂ ਪਹਿਲੀ ਕੈਜੂਅਲਟੀ ਹੋਈ ਸੀ। ਉਹਦੇ ਬਾਅਦ ਓਕ ਕ੍ਰੀਕ ਦੇ ਵਿੱਚ, ਮਿਲਵਾਕੀ ਦੇ ਵਿੱਚ ਗੁਰਦੁਆਰੇ 'ਤੇ ਹਮਲਾ ਹੋਇਆ। ਈਵਨ ਮੇਰਾ ਬ੍ਰਦਰ ਬਾਹਰ ਰਹਿੰਦਾ ਹੈ, ਜਦੋਂ ਉਹ ਰੈਸਟੋਰੈਂਟ ਬੰਦ ਕਰਕੇ ਬਾਹਰ ਜਾ ਰਿਹਾ ਸੀਗਾ, ਵਾਪਸ ਜਾ ਰਿਹਾ ਸੀ ਘਰ ਨੂੰ, 9/11 ਉਸ ਨੂੰ ਵੀ ਰੋਕ ਕੇ ਉਸ ਨੂੰ ਮਾਰਿਆ ਗਿਆ। ਹੀ ਵਾਜ਼ ਲੱਕੀ ਦੈਟ ਹੀ ਸਰਵਾਈਵ। ਮੈਂ ਸਮਝਦਾ ਵਾਂ ਕਿ ਅਸੀਂ ਉਸ ਗੱਲ ਨੂੰ ਬਹੁਤ ਚੁੱਕਿਆ। ਅਸੀਂ ਖਾਲੀ ਇੱਥੇ ਨਹੀਂ ਚੁੱਕਿਆ। ਡੇਵਿਡ ਰਮਸਫੀਲਡ ਜਦੋਂ ਇੱਥੇ ਆਇਆ ਪਹਿਲੀ ਦਫਾ ਆਫਟਰ 9/11, ਅਸੀਂ ਬਹੁਤ ਵੱਡਾ ਪ੍ਰੋਟੈਸਟ ਅਮਰੀਕਨ ਐਮਬੈਸੀ 'ਤੇ ਰੱਖਿਆ ਕਿ ਵੀ ਆਰ ਸਿੱਖਸ, ਨਾਈਦਰ ਵੀ ਆਰ ਤਾਲਿਬਾਨ ਨੌਰ ਵੀ ਆਰ ਅਰਬਸ। ਮੈਂ ਵੀ ਜਦੋਂ ਪਹਿਲੀ ਦਫਾ ਬਾਹਰ ਗਿਆ ਤੇ ਮੇਰੇ ਲਾਗਿਓਂ ਕਈ ਮੇਰੇ ਨੇੜਿਓਂ ਲੰਘ ਕੇ ਕਹਿ ਜਾਂਦੇ ਸੀ ਸਲਾਮ ਵਾਲੇਕਮ। ਉਹ ਸੋਚਦੇ ਸੀ ਕਿ ਮੈਂ ਅਰਬ ਕੰਟਰੀ ਤੋਂ ਹਾਂ। ਕੋਈ ਮੈਨੂੰ ਸਵਾਲ ਕਰਦਾ ਸੀ, ਆਰ ਯੂ ਫਰੋਮ ਅਰਬ, ਡੂ ਯੂ ਓਨ ਆਇਲ ਵੈਲਸ? ਤੇ ਮੈਂ ਉਹਨਾਂ ਨੂੰ ਦੱਸਦਾ ਸੀ ਨਹੀਂ, ਆਈ ਐਮ ਨਾਟ ਦੈਟ। ਮੈਨੂੰ ਯਾਦ ਹੈ 1991 'ਚ ਮੈਂ ਬੱਸ ਟੂਰ ਲਿਆ ਸਵਿਟਜ਼ਰਲੈਂਡ ਦੇ ਵਿੱਚ, ਜੰਗਫਰੋ ਜੌਗ ਜਿਹੜੀ ਐਲਪਸ ਦੀ ਹਾਈਐਸਟ ਪੀਕ ਹੈ। ਮੈਂ ਉੱਥੇ ਜਾ ਰਿਹਾ
ਤੇ ਉਹ ਜਿਹੜੀ ਸਾਡੀ ਬੱਸ ਟੂਰ ਸੀਗਾ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 9 ਵਜੇ ਵਾਪਸ ਲਾਣਾ ਸੀਗਾ। ਜਦੋਂ ਸਾਰਾ ਟੂਰ ਖਤਮ ਹੋਇਆ ਇੱਕ ਇੱਕ ਟੇਬਲ ਤੇ ਜਾ ਰਹੀ ਸੀਗੀ, ਇੱਕ ਇੱਕ ਚੇਅਰ ਤੇ ਜਾ ਰਹੀ ਸੀਗੀ, ਬੱਸ 'ਚ ਪੁੱਛ ਰਹੀ ਸੀ ਕਿ ਸਾਰਾ ਕੁਝ ਜੋ ਤੁਸੀਂ ਦੇਖਿਆ ਤੁਸੀਂ ਉਹਦੇ ਬਾਰੇ ਕੋਈ ਸਵਾਲ ਕਰਨਾ ਹੋਵੇ। ਬਹੁਤ ਟੂਰਿਸਟ ਪਲੇਸਿਸ ਔਰ ਮੋਨੂਮੈਂਟਸ ਦਿਖਾਏ ਉਹਨਾਂ ਨੇ। ਜਿਵੇਂ ਹੀ ਮੇਰੇ ਕੋਲ ਆਈ ਮੈਨੂੰ ਕਹਿੰਦੀ ਯੂ ਆਰ ਏ ਸਿੱਖ, ਯੂ ਕਿਲਡ ਇੰਦਰਾ ਗਾਂਧੀ। ਹੁਣ ਦੇਖੋ ਮੈਨੂੰ ਇੱਕ ਪਾਸੇ ਖੁਸ਼ੀ ਹੋਈ ਕਿ ਇਹਨੇ ਮੈਨੂੰ ਸਿੱਖ ਪਛਾਣ ਲਿਆ, ਦੂਜੇ ਪਾਸੇ ਮੈਨੂੰ ਹੋਇਆ ਕਿ ਦੇਖੋ ਮੇਰੀ ਇਮੇਜ ਮੇਰੀ ਸਰਕਾਰ ਨੇ ਕੀ ਬਣਾ ਦਿੱਤੀ। ਆਈ ਮੇਡ ਹਰ ਸਿਟ ਓਵਰ ਹੇਅਰ ਨੈਕਸਟ ਟੂ ਮੀ। ਹੋਰ ਜਿਹੜੇ ਗੋਰੇ ਸੀ ਸੁਣ ਰਹੇ ਸੀ, ਮੈਂ ਉਹਨਾਂ ਨੂੰ ਫਿਰ ਦੱਸਿਆ ਕਿ ਦੇਖੋ ਸਿੱਖ ਕੌਣ ਨੇ, ਅਸੀਂ ਟੈਰਰਿਸਟ ਨਹੀਂ ਆ। ਇੰਦਰਾ ਗਾਂਧੀ ਨੂੰ ਜੇ ਕਿਸੇ ਨੇ ਮਾਰਿਆ ਹੈ ਤੇ ਇੰਦਰਾ ਗਾਂਧੀ ਨੇ ਕੁਛ ਨਾ ਕੁਛ ਐਸਾ ਕੀਤਾ ਹੋਏਗਾ। ਯੈਸ ਹੂ ਕਿਲਡ ਇੰਦਰਾ ਗਾਂਧੀ ਵਾਜ਼ ਅ ਸਿੱਖ, ਬਟ ਉਹਦੇ ਪਿੱਛੋਂ ਦਾ ਗੋਲਡਨ ਟੈਂਪਲ ਇਲੈਕਸ਼ਨ ਕੀ ਕਾਰਨ ਬਣੇ, ਕੀ ਹਾਲਾਤ ਬਣੇ, ਮੈਂ ਸਾਰੇ ਉਹਨਾਂ ਨੂੰ ਸਮਝਾਏ। ਸੋ ਆਈ ਸੈਡ ਦੀ ਗਵਰਨਮੈਂਟ ਵਿਚ ਇੰਦਰਾ ਗਾਂਧੀ ਬਿਲੋਂਗ ਟੂ ਦੀ ਕਾਂਗਰਸ ਗਵਰਨਮੈਂਟ, they are bent upon labeling us as terrorist around the globe. So ਉਸ perception ਨੂੰ ਅਸੀਂ ਗਲਤ ਕਰਨਾ ਸੀ। ਤਾਈਓ 1999 ਦੇ ਵਿੱਚ ਜਦੋਂ ਖਾਲਸੇ ਦਾ 300 ਸਾਲਾ ਆਇਆ, ਪਹਿਲੀ ਦਫਾ ਅਸੀਂ ਖਾਲਸਾ এনवायरमेंट ਪ੍ਰੋਜੈਕਟ ਸ਼ੁਰੂ ਕੀਤਾ। ਉਹਦਾ ਕਾਰਨ ਸੀ ਕਿ ਜਦੋਂ ਪੱਗਾਂ ਵਾਲੇ ਬੂਟੇ ਵੰਡਣਗੇ, ਜਦੋਂ এনवायरमेंट ਦੀ ਗੱਲ ਕਰਾਂਗੇ ਤੇ ਗੁਰੂ ਨੇ ਤਾਂ ਸਾਨੂੰ ਵੈਸੇ ਹੀ এনवायरमेंट ਫ੍ਰੈਂਡਲੀ ਦੱਸਿਆ। ਅਸੀਂ ਨਸ਼ਾ ਨਹੀਂ ਕਰਦੇ, ਅਸੀਂ ਸਮੋਕ ਨਹੀਂ ਕਰਦੇ, ਅਸੀਂ ਹਰਿਆਈ ਦੀ ਗੱਲ ਕਰਦੇ ਹਾਂ। ਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਧਰਤੀ ਦੀ, ਜਲ ਦੀ ਔਰ ਮੈਂ ਸਮਝਦਾ ਕਿ ਹਵਾ ਦੀ ਜੋ ਹੈ ਉਹ ਸਾਨੂੰ ਅਹਿਮੀਅਤ ਦੱਸੀ ਹੈ। ਸੋ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ, UNO ਨੇ, ਸਰ ਰਾਜਵੀਰ ਸਿੰਘ ਸਾਨੂੰ ਹੈੱਡ ਕਰਦੇ ਸੀ ਇਸ ਆਰਗੇਨਾਈਜੇਸ਼ਨ ਨੂੰ, ਜਿਹੜੀ ਮੈਂ ਇੱਕ ਕ੍ਰੀਏਟ ਕੀਤੀ ਸੀਗੀ ਇੰਟਰਨੈਸ਼ਨਲ ਕਾਉਂਸਲ ਆਫ ਪੰਜਾਬੀਜ਼ ਵੱਲੋਂ। ਸਾਨੂੰ ਯੂਨਾਈਟਿਡ ਨੇਸ਼ਨਸ ਜਿਹੜੀ ਸੀ, ਇੱਕ ਬਾਹਰੋਂ ਕੋਈ ਵੀ ਬੰਦਾ ਆਉਂਦਾ ਸੀਗਾ ਕਿ ਅਗਰ এনवायरमेंट ਤੇ ਗੱਲ ਕਰਨੀ ਹੈ ਤੇ ਇਹ ਖਾਲਸਾ এনवायरमेंट ਪ੍ਰੋਜੈਕਟ ਨਾਲ ਗੱਲ ਕਰੋ। 2 ਨਰਸਰੀਜ਼ ਅਸੀਂ ਬਾਲਾ ਸਾਹਿਬ ਦੀ ਜ਼ਮੀਨ ਦੇ ਉੱਤੇ ਔਰ ਬੰਗਲਾ ਸਾਹਿਬ ਦੀ ਜ਼ਮੀਨ ਤੇ ਪੌਦਾ ਪ੍ਰਸ਼ਾਦ ਅਸੀਂ ਪਹਿਲੀ ਵਾਰੀ 1999 ਸ਼ੁਰੂ ਕੀਤਾ ਸੀਗਾ। ਸੋ ਵੀ ਡਿਡ ਮੈਨੀ ਥਿੰਗਸ ਕਿ ਜਿੱਥੇ ਅਸੀਂ ਇਹ ਪੱਗ ਨੂੰ, ਇਹ ਦਸਤਾਰ ਨੂੰ ਅਸੀਂ ਪੋਜ਼ਿਟਿਵ ਸ਼ੋਅ ਕਰ ਸਕੀਏ, ਅਸੀਂ ਹਿਊਮਨਲੀ ਸ਼ੋਅ ਕਰ ਸਕੀਏ, ਅਸੀਂ এনवायरमेंटਲਿਸਟ ਆਪਣੇ ਆਪ ਨੂੰ ਸ਼ੋਅ ਕਰ ਸਕੀਏ ਤੇ ਉਹ ਲੇਬਲ ਅਸੀਂ ਟੈਰਰਿਜ਼ਮ ਦਾ ਹਟਾਈਏ। ਬਹੁਤ ਅੱਛੀ ਗੱਲ ਤੁਸੀਂ ਬੋਲੀ ਹੈ। ਬਾਕੀ ਜਿੱਥੋਂ ਤੱਕ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਦੀ ਆਪਣੀ ਇਮੇਜ ਨੂੰ ਪ੍ਰੋਜੈਕਟ ਕਰਨ ਦੀ ਗੱਲ ਹੈ, ਮੇਰਾ ਮੰਨਣਾ ਹੈ ਕਿ ਜੋ ਸਾਡੇ 5 ਕਕਾਰ ਨੇ ਉਹਦੀ ਵੀ ਨੌਲੇਜ ਸਾਨੂੰ ਤਾਂ ਹੈ ਹੀ ਹੈ, ਖੈਰ ਨੋ ਡਾਊਟ, ਬਟ ਇੰਟਰਨੈਸ਼ਨਲ ਲੈਵਲ ਤੇ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਨੇ ਦਾੜੀ ਰੱਖੀ ਹੈ, ਕੜਾ ਅਗਰ ਪਾਇਆ ਹੈ ਤੇ ਪੱਗ ਬੰਨੀ ਹੈ, ਕੇਸ ਰੱਖੇ ਨੇ ਤੇ ਇਹਦਾ ਕੁਝ ਰੀਜ਼ਨ ਹੈ। ਉਹ ਵੀ ਅਗਰ ਉਸ ਲੈਵਲ ਤੇ ਅਸੀਂ ਕੁਝ ਅੱਗੇ ਅਸੀਂ ਲੋਕਾਂ ਨੂੰ ਦੱਸ ਸਕੀਏ ਤੇ ਉਹ ਹੈਲਪ ਕਰ। ਜਿਵੇਂ ਮੈਂ ਤੁਹਾਨੂੰ ਹਮੇਸ਼ਾ ਦਾੜੀ ਬੰਨੀ ਹੋਈ ਦੇਖਿਆ, ਅੱਜ ਪਹਿਲੀ ਵਾਰੀ ਦੇਖ ਰਿਹਾ ਕਿ ਤੁਸੀਂ ਕੁੱਲਾ ਪ੍ਰਕਾਸ਼ ਆਪਣਾ ਦਾੜਾ ਰੱਖਿਆ ਹੈ, ਬੜਾ ਅੱਛਾ ਲੱਗਦਾ ਦੇਖ ਕੇ। ਇਹਦੇ ਉੱਤੇ ਜ਼ਰੂਰ ਤੁਸੀਂ ਕੁਝ ਆਪਣੇ ਵਿਚਾਰ ਪ੍ਰਗਟ ਕਰੋ। ਦੇਖੋ ਦਾੜਾ ਪ੍ਰਕਾਸ਼ ਕਰਨਾ ਇੱਕ ਕੌਨਫੀਡੈਂਸ ਚਾਹੀਦਾ ਹੈ ਜੀ, ਇਹ ਮਨ ਦੀ ਅਵਸਥਾ ਹੈ। ਮੈਂ ਹਮੇਸ਼ਾ ਬੰਨ੍ਹ ਕੇ ਰੱਖਦਾ ਵਾਂ। ਅੱਜ ਹੋਲੇ ਮਹੱਲੇ ਦਾ ਦਿਹਾੜਾ ਹੈ, ਮੌਕਾ ਬਣਿਆ ਕਿ ਤੁਹਾਡੇ ਵਰਗੀ ਪਰਸਨੈਲਿਟੀ ਆ ਕੇ ਮੈਨੂੰ ਇੰਟਰਵਿਊ ਕਰਨਾ ਚਾਹੁੰਦੀ ਸੀ ਔਰ ਤੁਸੀਂ ਮੇਰੇ ਅੱਜ ਗ੍ਰਹਿ ਵਿਖੇ ਆਏ ਹੋ ਔਰ ਤੁਸੀਂ ਜਿਹੜੇ ਰੈਲੇਵੈਂਟ ਕੁਐਸਚਨਸ ਨੇ ਉਹ ਪੁੱਛਣੇ ਨੇ। ਮੇਰੇ ਮਨ 'ਚ ਆਇਆ ਕਿ ਜੇ ਤੁਸੀਂ, ਮੈਂ ਦੇਖਿਆ ਤੁਹਾਡਾ ਦਾੜਾ ਖੁੱਲ੍ਹਾ ਹੈ ਤੇ ਮੈਂ ਸੋਚਿਆ ਕਿ ਅੱਜ ਚਲੋ ਮੈਂ ਵੀ ਇਸੇ ਤਰੀਕੇ ਹੀ ਬਹਿਣਾ ਤੇ ਅੱਜ ਥੋੜਾ ਈਜ਼ੀ ਲੈਂਦੇ ਆ। ਤੇ ਯੈਸ ਆਈ ਥਿੰਕ ਮੇਰਾ ਸਨ ਇਨ ਲਾ ਹੈ ਜੀ, ਉਹਦਾ ਦਾੜੀ ਏਡੀ ਲੰਮੀ ਹੈ ਔਰ ਮੈਂ ਹੈਰਾਨ ਹੁੰਨਾ ਕਿ ਹੀ ਇਜ਼ 33-34 ਈਅਰਸ ਓਲਡ, ਆਲਮੋਸਟ 6 ਫੀਟ, ਵੈਰੀ ਸਮਾਰਟ ਬॉय। ਨੂੰ ਰੋਕ ਕੇ ਫੋਟੋਆਂ ਖਿਚਾਉਂਦੇ ਆ। ਜੇ ਉਹ ਕਿਤੇ ਮਾਰਕੀਟ ਚੋਂ ਲੰਘ ਰਿਹਾ ਹੋਵੇ ਤਾਂ ਟਿਕਟੌਕ ਨਹੀਂ ਬਣਦੀ ਹੁੰਦੀ ਸੀ, ਤੇ ਕਿਸੇ ਨੇ ਉਹਦੀ ਵੀਡੀਓ ਖਿੱਚ ਕੇ ਉਸ ਤੇ ਟਿਕਟੌਕ ਵੀ ਬਣਾ ਦਿੱਤੀ। ਮੈਂ ਇਹ ਸਮਝਦਾ ਕਿ ਜਦੋਂ 350 ਸਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੋਇਆ ਨਾ ਤੇ ਬਿਹਾਰ ਬਹੁਤ ਵੱਡਾ ਮਨਾਇਆ ਗਿਆ। ਉਦੋਂ ਲਾਲੂ ਯਾਦਵ ਤੇ ਤੇਜਸਵੀ ਯਾਦਵ ਤੇ ਨਤੀਸ਼ ਕੁਮਾਰ ਇਕੱਠੇ ਸੀਗੇ, ਹੁਣ ਉਹ ਆਪ ਵੱਖਰੇ ਵੱਖਰੇ ਹੋ ਗਏ। ਉੱਥੇ ਜਦੋਂ ਵੱਡੀ ਕਨਵੈਨਸ਼ਨ ਹੋਈ, ਪ੍ਰਾਈਮ ਮਿਨਿਸਟਰ ਵੀ ਆਇਆ ਸੀ, ਅਸੀਂ ਵੀ ਗਏ ਸੀ। तेजस्वी यादव ਉੱਥੇ बोलिया सीगा, उसने क्या कि हमारी बहनें छोटी थी, हमारी दादी कहा करती थी वो अगर कहीं सहेली के यहाँ जाएं, ट्यूशन पढ़ने जाएं, तो वो यही बोलती थी अपनी मेरी दादी बच्चियों को, बच्चियों देखो अगर देर हो जाए ना तो फिर को टैक्सी कर लेना और कोशिश करना टैक्सी किसी सरदार जी की हो, दूसरी टैक्सी में मत बैठना। मैं समझदा ये दाड़ा इस रूप इन्हें कॉन्फिडेंस दिता है। और हुण जो कोविड दे विच सिखां ने सेवा की है इंटरनेशनली कि जे गवर्नमेंट ऑफ इंग्लैंड, गवर्नमेंट ऑफ यूनाइटेड स्टेट, गवर्नमेंट ऑफ इंडिया, गवर्नमेंट ऑफ दिल्ली, जर्मनी, नाम लेंदे चले जाओ,
ਜੇ ਉਹ ਤੁਹਾਨੂੰ ਕਹਿ ਰਹੇ ਨੇ ਕਿ 25000 ਬੰਦੇ ਨੂੰ ਰੋਜ਼ ਲੰਗਰ ਛਕਾ ਦਿਓ, 50000 ਬੰਦੇ ਨੂੰ ਲੰਗਰ ਛਕਾ ਦਿਓ, ਸੈਨੀਟਾਈਜ਼ਰ ਦੇ ਦਿਓ, ਦਵਾਈਆਂ ਦੇ ਦਿਓ, ਜੋ ਕੁਛ ਉਹਨਾਂ ਨੂੰ ਚਾਹੀਦਾ ਸੀਗਾ ਉਹ ਕੌਮ ਨੇ ਪ੍ਰੋਵਾਈਡ ਕੀਤਾ ਤੇ ਆਬਾਦੀ ਸਾਡੀ 2% ਹੈ। ਮੈਂ ਸਮਝਦਾ ਇਹ ਸਰੂਪ ਗੁਰੂ ਨੇ ਸਾਨੂੰ ਐਸਾ ਦਿੱਤਾ ਹੈ ਕਿ ਇਹ ਠੇਕਿਆਂ ਤੇ ਖੜਾ ਹੋਇਆ ਨਹੀਂ ਜੱਚਦਾ, ਨਹੀਂ ਇਹ ਕਿਸੇ ਧੀ ਭੈਣ ਦੀ ਇੱਜ਼ਤ ਤੇ ਹੱਥ ਪਾਉਣ ਦੇ ਉੱਤੇ ਨਹੀਂ ਜੱਚਦਾ। ਮੈਂ ਸਮਝਦਾ ਵਾਂ ਇਹ ਭਲੇ ਦੇ ਕੰਮਾਂ ਦੇ ਵਿੱਚ ਜੱਚਦਾ ਹੈ। ਔਰ ਜਦੋਂ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਸੀਂ ਚੱਲੋਗੇ ਇਹ ਸਰੂਪ ਦੀ ਵਾਹ ਦੁਨੀਆ ਕਰੇਗੀ। ਔਰ ਜਿਹੜੀ ਚੀਜ਼ ਡਿਸਐਡਵਾਂਟੇਜ ਜੀ ਤੁਸੀਂ ਸਮਝਦੇ ਹੋ, ਕਈ ਬੱਚੇ ਸਾਡੇ ਡਿਪਰੈਸ਼ਨ 'ਚ ਚਲੇ ਗਏ ਨਾ ਸ਼ੁਰੂ 'ਚ, ਅੱਜ ਤੋਂ 10-20 ਸਾਲ ਪਹਿਲੇ, ਲੇਕਿਨ ਅੱਜ ਮੈਂ ਸਮਝਦਾ ਕਿ ਹਾਲਾਤ ਬਦਲ ਗਏ ਨੇ। ਅੱਜ ਇਹ ਸਰੂਪ ਨੂੰ ਪਸੰਦ ਕੀਤਾ ਜਾਂਦਾ ਹੈ, ਇਹ ਸਰੂਪ ਨੂੰ ਕੌਨਫੀਡੈਂਸ ਪੈਦਾ ਕਰਦਾ ਹੈ। ਜੇ ਕੋਈ ਮੁਸੀਬਤ ਹੋਵੇ ਉਹਨੂੰ ਪਤਾ ਕਿ ਇਸ ਸਰਦਾਰ ਦੀ ਗੱਡੀ ਰੋਕ ਲਵਾਂ, ਸਰਦਾਰ ਨੂੰ ਦਿੱਕਤ ਦੱਸਾਂ, ਇਹ ਜੋ ਕਰ ਸਕਦਾ ਹੋਏਗਾ ਮੇਰੇ ਲਈ ਜ਼ਰੂਰ ਕਰੇਗਾ। ਮੈਂ ਬਿਲਕੁਲ 100% ਐਗਰੀ ਕਰਦਾ ਮਨਜੀਤ ਜੀ ਦੀ ਗੱਲ ਨਾਲ। ਮੈਂ ਅਗਰ ਆਪਣੇ ਆਪ ਨੂੰ ਵੀ ਵੇਖਾਂ, ਮੈਂ ਮਾਡਲਿੰਗ ਲਾਈਨ 'ਚ ਪਿਛਲੇ 2 ਸਾਲਾਂ ਤੋਂ ਹਾਂ। ਪਹਿਲੇ ਮੈਂ ਵੀ ਬੜੀਆਂ ਕੁਰੀਤੀਆਂ ਕੀਤੀਆਂ, ਮੈਂ ਵੀ ਆਪਣੇ ਕੇਸ ਕਤਲ ਕਰਦਾ ਸੀਗਾ, ਬਟ ਪਿਛਲੇ 2 ਸਾਲਾਂ ਤੋਂ ਮੈਂ ਵਾਪਸ ਆਪਣੀ ਜੜ੍ਹਾਂ ਨਾਲ ਆ ਕੇ ਜੁੜਿਆ ਹਾਂ। ਵਾਪਸ ਮੈਂ ਆਪਣਾ ਸਾਬਤ ਸਰੂਪ ਧਾਰਨ ਕੀਤਾ ਹੈ ਤੇ ਬਿਲੀਵ ਮੀ ਜੋ ਮੈਨੂੰ ਪਿਆਰ ਔਰ ਜੋ ਪੂਰੇ ਵਰਲਡ ਵਾਈਡ ਇੰਨੇ ਲੋਕੀ ਮੈਨੂੰ ਜਾਣਦੇ ਨੇ, ਇੰਨੇ ਲੋਕੀ ਮੈਨੂੰ ਇੰਨਾ ਪਿਆਰ ਭੇਜਦੇ ਨੇ, ਸਿਰਫ ਔਰ ਸਿਰਫ ਇਹ ਸਿੱਖੀ ਸਰੂਪ ਦੇ ਕਾਰਨ ਹੀ ਹੈ। ਮੈਂ ਤੁਹਾਨੂੰ ਵਧਾਈ ਦਿੰਦਾ ਔਰ ਵੈਲਕਮ ਕਰਦਾ ਵਾਂ, ਕਿਉਂਕਿ ਜ਼ਿੰਦਗੀ 'ਚ ਬੰਦਾ ਕਈ ਵਾਰੀ ਕਈ ਚੀਜ਼ਾਂ ਐਸੀਆਂ ਕਰਦੀਆਂ ਜਿਹੜੀਆਂ ਸ਼ਾਇਦ ਉਹਦੇ ਧਰਮ ਔਰ ਉਹਦੇ ਖਿਲਾਫ ਨਾਲ ਨਾ ਜਾਂਦੀਆਂ ਹੋਣ, ਲੇਕਿਨ ਜਦੋਂ ਬੰਦੇ ਨੂੰ ਸੋਝੀ ਪੈਂਦੀ ਹੈ ਔਰ ਅੱਜ ਮੈਂ ਸਮਝਦਾ ਤੁਸੀਂ ਕੌਮ ਦੇ ਐਂਬੈਸਡਰ ਬਣ ਕੇ ਬੱਚਿਆਂ ਵਾਸਤੇ ਵੀ ਤੁਸੀਂ ਇੱਕ ਰੋਲ ਮਾਡਲ ਬਣੋਗੇ ਕਿ ਦੇਖੋ ਉਹਨਾਂ ਦਾ ਕੌਨਫੀਡੈਂਸ ਕਿ ਉਹਨਾਂ ਨੇ, ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਮਲਟੀਨੈਸ਼ਨਲਸ ਵਿੱਚ ਕੰਮ ਕੀਤਾ ਔਰ 11 12 ਸਾਲ ਵੱਡੀ ਕੰਪਨੀਆਂ ਨੂੰ ਤੁਸੀਂ ਹੈਡ ਕੀਤਾ ਹੋਇਆ। ਮੈਂ ਸਮਝਦਾ ਕਿ ਇਹ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਤੁਸੀਂ ਵਾਪਸ ਸਿੱਖੀ ਸਰੂਪ 'ਚ ਆਏ ਹੋ। ਇੱਕ ਗੱਲ ਹੋਰ ਜ਼ਰੂਰ ਬੋਲਣੀ ਚਾਹਾਂਗਾ ਕਿ 1947 ਅਸੀਂ ਸੁਣਿਆ ਸੀ, 1984 ਅਸੀਂ ਵੇਖਿਆ ਤੇ 26 ਜਨਵਰੀ 2021 ਜਿਸ ਤਰ੍ਹਾਂ ਦਾ ਮਾਹੌਲ ਇਸ ਦਿੱਲੀ ਅੰਦਰ ਹੋਇਆ ਸੀ, ਇੱਕ ਵਾਰੀ ਤਾਂ ਡਰ ਜ਼ਰੂਰ ਆ ਗਿਆ ਸੀਗਾ। ਤੇ ਮਨਜੀਤ ਜੀ ਤੁਸੀਂ ਦੱਸੋ ਕਿ ਸਾਨੂੰ ਡਰਨ ਦੀ ਲੋੜ ਹੈ ਕਿ ਕਿਤੇ ਦੁਬਾਰਾ ਉਹੀ ਵਾਲਾ ਹਾਦਸਾ ਦੁਬਾਰਾ ਤਾਂ ਨਹੀਂ ਹੋਏਗਾ ਦਿੱਲੀ ਦੇ ਸਿੱਖਾਂ ਨਾਲ ਜਾਂ ਆਲ ਅਕ੍ਰੋਸ ਦੀ ਵਰਲਡ ਜੋ ਸਿੱਖ ਖਿਲ ਰਹੇ ਪਏ ਨੇ ਚਾਰੋਂ ਤਰਫ? ਦੇਖੋ ਹਾਲਾਤ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ ਜੀ। 84 'ਚ ਮੈਨੂੰ ਯਾਦ ਹੈ ਮੈਂ ਤਾਂ ਆਪ ਹੰਡਾਇਆ, ਮੇਰੇ ਤੇ NSA ਲੱਗਾ, ਮੇਰੇ ਤੇ ਟਰਾਂਜ਼ਿਸਟਰ ਬੰਬ ਕੇਸ ਪਾਏ ਗਏ, ਮੇਰੇ ਤੇ ਦੁਨੀਆ ਭਰ ਦਾ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ 84 ਦੀ ਲੜਾਈ ਲੜਿਆ ਪਿਛਲੇ 34-35 ਸਾਲ ਕਿ ਅੱਜ ਸੱਜਣ ਕੁਮਾਰ ਅੰਦਰ ਹੈ। ਅੱਜ 84 ਦਾ ਮੈਮੋਰੀਅਲ ਬਣਾਉਣ 'ਚ ਕਾਮਯਾਬ ਹੋਏ ਹਾਂ ਜੀ। ਲੇਕਿਨ ਅਸੀਂ ਡਰੇ ਨਹੀਂ, ਦਬੇ ਨਹੀਂ ਕਦੀ। ਮੈਂ ਹਮੇਸ਼ਾ ਸਟੇਜਾਂ ਤੋਂ ਸ਼ੇਰ ਪੜ੍ਹਿਆ ਕਰਦਾ ਸੀਗਾ ਜੀ, ਜਿਹੜਾ ਮੈਂ ਸਮਝਦਾ ਕਿ ਸਾਡੇ ਗੁਰੂਆਂ ਦੇ ਕਨਸੈਪਟ ਨਾਲ ਜਾਂਦਾ ਹੈ। ਸਿੱਖ ਜਿਹੜਾ ਹੈ ਨਾ ਉਹ ਭੈ ਤੋਂ ਰਹਿਤ ਹੈ, ਬਿਲਕੁਲ, ਔਰ ਨਾ ਕਿਸੇ ਨੂੰ ਭੈ ਦਿੰਦਾ ਹੈ। ਮੈਂ ਸਰ ਅਲਾਮਾ ਇਕਬਾਲ ਦਾ ਸ਼ੇਰ ਪੜ੍ਹਦਾ ਸੀ, ਮੈਂ ਉਹ ਪੜ੍ਹਦਾ ਸੀ ਕਿ ਫਲਕ ਕੋ ਜ਼ਿੱਦ ਹੈ, ਫਲਕ ਆਸਮਾਨ ਨੂੰ ਕਹਿੰਦੇ ਨੇ, ਫਲਕ ਕੋ ਜ਼ਿੱਦ ਹੈ ਬਿਜਲੀਆਂ ਹਮੀ ਪੇ ਗਿਰਾਨੇ ਕੀ, ਕਿ ਸਾਨੂੰ ਇੱਥੋਂ ਕੱਢਿਆ ਜਾਣਾ ਚਾਹੁੰਦਾ ਹੈ। ਕਿਉਂਕਿ ਉਸ ਵੇਲੇ ਨਾਅਰੇ ਵੱਜਦੇ ਸੀ 1984 ਜਿਹੜੇ ਅਸੀਂ ਸੁਣੇ, ਉਹ ਕਹਿੰਦੇ ਸੀਗੇ ਕੰਗ ਕੱਛਾ ਕੰਗ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ। ਇਹ ਸਾਡੇ ਕੰਨਾਂ 'ਚ ਨਾਅਰੇ ਪੈਂਦੇ ਸੀ, ਉਹ ਸਿੱਖੜੇ, ਉਹ ਫਲਾਨਾ, ਕਿਉਂਕਿ ਜੋ ਹਾਲਾਤ ਸਾਡੇ ਕੀਤੇ ਗਏ। ਲੇਕਿਨ ਮੈਂ ਸ਼ੇਰ ਪੜ੍ਹਦਾ ਸੀ ਕਿ ਫਲਕ ਕੋ ਜ਼ਿੱਦ ਹੈ ਬਿਜਲੀਆਂ ਹਮੀ ਪੇ ਗਿਰਾਨੇ ਕੀ, ਹमें भी ਜ਼ਿੱਦ ਹੈ ਆਸ਼ੀਆਂ ਯਹੀਂ ਬਣਾने की, ਕਿ ਇਹ ਮੁਲਕ ਸਾਡਾ ਹੈ। ਅਸੀਂ 2% ਹਾਂ, ਅਸੀਂ 90% ਫਾਂਸੀਆਂ ਤੇ ਚੜ੍ਹੇ ਹਾਂ, ਅਸੀਂ 95% ਕਾਲੇ ਪਾਣੀ ਗਏ ਹਾਂ। ਸਾਡੇ ਗੁਰੂਆਂ ਨੇ, ਸਾਡੇ ਸਿੰਘਾਂ ਨੇ ਸ਼ਹਾਦਤਾਂ ਦੇ ਕੇ ਮੁਲਕ ਨੂੰ ਆਜ਼ਾਦ ਕਰਾਇਆ। 9ਵੇਂ ਪਾਤਸ਼ਾਹ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਸਾਰੇ ਮੁਲਕ 'ਚ ਸੁੰਨਤ ਹੋਈ ਹੁੰਦੀ, ਹਿੰਦੁਸਤਾਨ ਦਾ ਨਾਮ ਹਿੰਦੁਸਤਾਨ ਨਾ ਹੁੰਦਾ। ਮੈਂ ਸਮਝਦਾ ਵਾਂ ਕਿ ਸਾਡੇ ਕੋਲ ਸਾਡਾ ਇਤਿਹਾਸ ਐਡਾ ਮਜ਼ਬੂਤ ਹੈ, ਉਹ ਸਾਨੂੰ ਵਾਪਸ ਖੜੇ ਕਰਨ ਦੀ ਸ਼ਕਤੀ ਦਿੰਦਾ ਹੈ। ਜਿਸ ਲਾਲ ਕਿਲੇ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਹੁਕਮ ਹੋਇਆ ਹੋਵੇ, ਜਿਸ ਲਾਲ ਕਿਲੇ ਤੋਂ ਬੰਦਾ ਬਹਾਦਰ ਦੀ ਸ਼ਹਾਦਤ ਦਾ ਹੁਕਮ ਹੋਇਆ ਹੋਵੇ, ਜਿਸ ਸ਼ਹਿਰ 'ਚ ਲਾਲ ਕਿਲਾ ਮੌਜੂਦ ਹੋਵੇ, 5000 ਸਿੱਖਾਂ ਦੇ ਗਲ 'ਚ ਟਾਇਰ ਪਾ ਕੇ 84 ਸਾੜਿਆ ਹੋਵੇ, ਉਸ ਲਾਲ ਕਿਲੇ ਤੇ ਅਸੀਂ ਕੇਸਰੀ ਨਿਸ਼ਾਨ ਚਲਾਏ। 1783 ਬਾਬਾ ਬਗੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਤਾਰਾ ਸਿੰਘ ਕੇਬਾ, ਮਾਂ ਸਿੰਘ ਸ਼ੁਕਰ ਚੱਕਿਆ, ਜਿਨ੍ਹਾਂ ਦਿੱਲੀ ਫਤਿਹ ਕੀਤੀ ਸੀ, ਵਾਪਸ ਉਹ ਇਤਿਹਾਸ ਲੈ ਕੇ ਆਏ ਹਾਂ। ਮੈਂ ਇਹ ਸਮਝਦਾ ਵਾਂ ਇਹਦੇ 'ਚ ਨਾ ਕਿਤੇ ਸਾਡੀ ਵੀ ਕਮਜ਼ੋਰੀ ਹੈ। ਅਸੀਂ ਕਿਉਂਕਿ ਸਰਕਾਰਾਂ ਨੇ ਤਾਂ ਇਤਿਹਾਸ ਨਹੀਂ ਪੜ੍ਹਾਉਣਾ। ਬਿਲਕੁਲ। ਮੈਨੂੰ ਯਾਦ ਹੈ
ਇੱਕ ਵਾਰੀ ਇੱਕ ਫੰਕਸ਼ਨ ਸੀ ਸਰਕਾਰੀ, ਹੋਮ ਮਿਨਿਸਟਰ ਅਮਿਤ ਸ਼ਾਹ ਬੈਠੇ, 26 ਜਨਵਰੀ ਦਾ ਦਿਨ ਸੀਗਾ, ਔਰ ਉਦੋਂ ਡੋਕਲਮ ਜਿਹੜਾ ਚਾਈਨਾ ਦਾ ਬਹੁਤ ਵੱਡਾ ਸਕਰਮਿਸ਼ ਹੋਈ ਸੀਗੀ, ਸਿੱਖ ਫੌਜੀ ਧੱਕੇ ਮਾਰ ਰਹੇ ਸੀ ਇੱਕ ਦੂਜੇ ਨੂੰ, ਉੱਥੇ 7 ਵਜ਼ੀਰ ਹੋਰ ਬੈਠੇ ਸੀ। ਜਿੱਥੇ ਅਮਿਤ ਸ਼ਾਹ ਬੈਠਾ ਤੁਸੀਂ ਸਮਝੋ ਕਿ ਬੀਜੇਪੀ ਸਾਰੀ ਬੈਠੀ ਹੈ। ਬਿਲਕੁਲ 7 ਕੈਬਨਿਟ ਮੰਤਰੀ ਬੈਠੇ ਸੀ। ਮੈਂ ਉਸ सम्मेलन 'ਚ ਬੋਲਦਿਆਂ ਹੋਇਆ ਕਿਹਾ ਸੀਗਾ, मैं क्या अमित शाह जी अफसोस ही है कि इस मुल्क में हमारी हिस्ट्री नहीं पढ़ाई गई। अगर पढ़ाया गया होता कि महाराजा रणजीत सिंह जो काबुल कंधार अमेरिका रशिया नहीं फतेह कर सका उसने फतेह किया था, अगर ये पढ़ाया गया होता कि महाराजा रणजीत सिंह ने चीन पे हमला करके कारगिल, गिलगिट और सैचिन खींचा चीन से, जो आज भी हमारा हिस्सा है, या गिलगिट पीओके का हिस्सा है, पाकिस्तान ऑक्यूपाइड कश्मीर का है। तो जब चाइना के फॉरेन मिनिस्टर ने या डिफेंस मिनिस्टर ने बयान दिया था कि हिंदुस्तान खबरदार हो जाए 1962 याद रखो, तो उसको याद कराना था तुम 1962 भूल जाओ, सिख राज महाराजा रणजीत सिंह का याद करो, जो कारगिल, गिलगिट, सैचिन और एक बड़ा हिस्सा है लेह लद्दाख, ये सिखों ने तुमसे जीता और आज भी वो हिंदुस्तान के पास है और पीओके के बीच में। मैं समझदा साडा इतिहास बड़ा रिच है। तुसी जिहड़ी गल करदे हो ना कि साडे च कॉन्फिडेंस या किते साडे च डर ना आ जाए, जदों आने वाली पनीरी नूं ਇਹ ਇਤਿਹਾਸ ਦੱਸਿਆ ਜਾਵੇ ਤੇ ਉਹ ਦੇਖਣਗੇ ਕਿ ਉਸ ਵੇਲੇ ਸਿੱਖ ਕਾਠੀਆਂ ਤੇ ਰਹਿੰਦੇ ਸੀ ਘੋੜਿਆਂ ਦੀ, ਸਿੱਖ ਜੰਗਲਾਂ ਚਲੇ ਗਏ ਸੀ, ਸਿੱਖਾਂ ਦੇ ਸਿਰਾਂ ਦਾ ਮੁੱਲ ਪੈ ਗਿਆ ਸੀ, ਲੇਕਿਨ ਸਿੱਖ ਹਿੰਦੂਆਂ ਦੀ ਧੀਆਂ ਛੁਡਾ ਕੇ 2,500 ਧੀਆਂ ਨੂੰ ਵਾਪਸ ਉਹਨਾਂ ਦੇ ਘਰਾਂ ਛੋੜਿਆ। ਉਹ ਸੋਮਨਾਥ ਦੇ ਬੂਹੇ ਜਿਹੜੇ ਗਜ਼ਨੀ ਦੇ ਲੁਟੇਰੇ ਲੁੱਟ ਕੇ ਜਾਂਦੇ ਸੀਗੇ, ਜਿਨ੍ਹਾਂ ਤੋਂ ਥਰ-ਥਰ ਕੰਬਦਾ ਸੀ ਹਿੰਦੁਸਤਾਨ, ਇਹ ਸਾਡੇ ਸਿੱਖ ਯੋਧਿਆਂ ਨੇ, ਉਹ ਜਰਨੈਲ ਵੀ ਨਹੀਂ ਸੀਗੇ, ਕੱਲੇ ਘੋੜਿਆਂ ਦੀ ਕਾਠੀਆਂ ਤੇ ਰਹਿੰਦੇ ਸੀ ਤੇ ਉਹ ਵਾਪਸ ਲੁੱਟ ਕੇ ਲੈ ਕੇ ਆਉਂਦੇ ਸੀ। ਮੈਂ ਸਮਝਦਾ ਇਹ ਇਤਿਹਾਸ ਨੂੰ, ਔਰ ਅੱਜ ਦੇਖੋ ਤੁਸੀਂ ਜਿੱਦਾਂ ਸ਼ੁਰੂ ਕੀਤੀ ਮਾਡਲਿੰਗ ਦੀ ਮੂਵੀਜ਼ ਦੀ ਗੱਲ, ਅੱਜ ਲੋੜ ਪੈ ਗਈ ਨਾ ਸਾਰਾਗੜੀ ਤੇ ਪਿਕਚਰ ਬਣਾਉਣ ਨੂੰ। ਬਿਲਕੁਲ ਠੀਕ। ਸਾਨੂੰ ਪਤਾ ਸੀਗਾ ਸਾਰਾਗੜੀ ਕੀ ਹੋਇਆ ਸੀਗਾ, ਕਿ 21 ਸਿੱਖਾਂ ਨੇ 10,000 ਦੀ ਪਠਾਨ ਫੌਜ ਦੰਦ ਖੱਟੇ ਕਰਾ ਦਿੱਤੇ ਸੀਗੇ। ਸੋ ਮੈਂ ਸਮਝਦਾ ਇਹ ਇਤਿਹਾਸ ਨੂੰ ਜਿੰਨਾ ਅੱਗੇ ਲੈ ਕੇ ਆਵਾਂਗੇ, ਜਿੰਨਾ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਅਸੀਂ ਸੋਸ਼ਲ ਮੀਡੀਆ ਤੋਂ ਡਰਦੇ ਹਾਂ। ਇਹਦੇ 'ਚ ਬੜਾ ਗੰਦ ਹੈ ਜੀ, ਹੈਗਾ ਗੰਦ, ਕੌਣ ਰੋਕ ਸਕਦਾ? ਅਸੀਂ ਬੱਚੇ ਦੇ ਹੱਥ 'ਚ ਗੰਦ ਦੇ ਰਹੇ ਹਾਂ, ਲੇਕਿਨ ਇਹਦੇ 'ਚ ਪੋਜ਼ਿਟਿਵਿਟੀ ਵੀ ਤਾਂ ਬੜੀ ਹੈ ਨਾ। ਅਸੀਂ ਉਹ ਪੋਜ਼ਿਟਿਵਿਟੀ ਨੂੰ ਆਪਣਾ ਹਥਿਆਰ ਕਿਉਂ ਨਾ ਬਣਾ ਕੇ ਯੂਜ਼ ਕਰੀਏ। ਹਮੇਸ਼ਾ ਜਿਹੜਾ ਬੰਦਾ ਆਪਣੇ ਨੈਗੇਟਿਵ ਨੂੰ ਪੋਜ਼ਿਟਿਵ ਕਰ ਜਵੇ ਨਾ, ਉਹ ਕਾਮਯਾਬ ਰਹਿੰਦਾ। ਸਾਡੇ ਕੋਲ ਬੜਾ ਕੁਛ ਹੈ ਨੈਗੇਟਿਵ ਤੋਂ ਪੋਜ਼ਿਟਿਵ ਕਰਨ ਦਾ। ਸਾਡੇ ਤੋਂ ਪਹਿਲੇ ਜ਼ਮਾਨੇ 'ਚ ਇੱਕ ਐਕਟਰੈਸ ਹੁੰਦੀ ਸੀ ਸਾਧਨਾ ਕਰਕੇ, ਜੀ ਬੜੀ ਮਸ਼ਹੂਰ ਹੋਈ ਐਕਟਰੈਸ, ਲੇਕਿਨ ਸ਼ੁਰੂ ਜਦੋਂ ਆਈ ਉਦੋਂ ਦੱਸਿਆ ਜਾਂਦਾ ਸੀਗਾ ਜੀ ਉਹਦਾ ਮੱਥਾ ਬੜਾ ਚੌੜਾ ਸੀਗਾ, ਉਹ ਸ਼ਾਇਦ ਕਿਤੇ ਰਿਜੈਕਟ ਹੋਈ। ਉਸਨੇ ਕੋਈ ਹੇਅਰ ਸਟਾਈਲ ਇਦਾਂ ਦਾ ਕੀਤਾ ਕਿ ਮੱਥੇ ਦੇ ਉੱਤੇ ਉਸਨੇ ਵਾਲ ਕਰ ਲਏ, ਉਹ ਸਾਧਨਾ ਕੱਟ ਦੁਨੀਆ 'ਚ ਮਸ਼ਹੂਰ ਹੋ ਗਿਆ। ਅਸੀਂ ਆਪਣੇ ਇਤਿਹਾਸ ਨੂੰ ਕਿਉਂ ਨਾ ਅੱਗੇ ਲੈ ਕੇ ਆਈਏ ਆਪਣੀ ਪਨੀਰੀ ਤੱਕ। ਅਮਿਤ ਸ਼ਾਹ ਕੋਲ ਔਰ 7 ਵਜ਼ੀਰਾਂ ਕੋਲ ਕੋਈ ਜਵਾਬ ਨਹੀਂ ਸੀਗਾ ਮੇਰੀ ਗੱਲ ਦਾ। ਸਮਝ ਉਹਨਾਂ ਨੂੰ ਆ ਰਹੀ ਸੀ ਕਿ ਚਾਈਨਾ ਨੇ ਜਿਹੜੀ ਧਮਕੀ ਦਿੱਤੀ ਹੈ ਉਹਦੀ ਧਮਕੀ ਦਾ ਜਵਾਬ ਸਾਡੇ ਕੋਲ ਹੈ ਸੀ, ਪਰ ਸਾਨੂੰ ਆਪ ਨੂੰ ਨਹੀਂ ਪਤਾ ਹੀ ਨਹੀਂ। ਠੀਕ ਕਹਿ ਰਹੇ ਹੋ। ਇੱਕ ਹੋਰ ਚੀਜ਼ ਦਿੱਲੀ ਦੇ ਅੰਦਰ, ਜਿਵੇਂ ਤੁਸੀਂ ਹੁਣੇ ਗੱਲ ਛੇੜੀ ਹੈ ਆਪਣੇ ਇਤਿਹਾਸ ਦੀ, 30 ਹਜ਼ਾਰੀ ਇੰਨਾ ਇੰਪੋਰਟੈਂਟ ਕੋਟ ਹੈ, ਪਰ ਕਿਸ ਨੂੰ ਨਹੀਂ ਪਤਾ 30 ਹਜ਼ਾਰੀ ਦਾ ਨਾਂ 30 ਹਜ਼ਾਰੀ ਪਿਆ ਕਿਉਂ ਹੈ। ਜਦੋਂ ਲਾਲ ਕਿਲੇ ਉੱਤੇ ਅਟੈਕ ਕੀਤਾ ਬਾਬਾ ਬਗੇਲ ਜੀ ਦੇ ਅਗਵਾਈ ਦੇ ਹੇਠ, 30,000 ਸਿੱਖ ਸੈਨਿਕ ਉੱਥੇ ਖੜੇ ਸੀਗੇ, ਤਿਆਰ ਸੀਗੇ ਕਿ ਹੋਰ ਅਟੈਕ ਕਰਨ ਲਈ, ਇਸ ਲਈ ਉਹਦਾ ਨਾਮ 30 ਹਜ਼ਾਰੀ ਪਿਆ। ਇਹ ਕਿਸੇ ਨੂੰ ਪਤਾ ਹੀ ਨਹੀਂ ਹੈ। ਇਹੀ ਗੱਲ ਮੈਂ ਤੁਹਾਨੂੰ ਦੱਸੀ। ਹੁਣ ਇਹ ਇਤਿਹਾਸ ਮੈਂ ਲੈ ਕੇ ਆਇਆ ਜੀ ਜੀ। ਉਹ ਕਿਵੇਂ ਲੈ ਕੇ ਆਇਆ ਕਿ ਮੈਂ 1960 2 ਸਾਲ ਦੀ ਉਮਰ ਸੀ ਤੇ 1964 ਤੱਕ 30 ਹਜ਼ਾਰੀ ਦਾ ਜਿਹੜਾ ਮੇਨ ਗੇਟ ਉਹਦੇ ਸਾਹਮਣੇ ਸਾਡੀ ਪ੍ਰਾਪਰਟੀ ਹੈ, ਜੈਨੀ ਰੈਸਟੋਰੈਂਟ ਉੱਤੇ ਫਲੈਟ ਹੁੰਦਾ ਸੀ। ਮੈਂ KG ਮੇਰੀ ਜਿਹੜੀ ਸਕੂਲ ਸੀਗਾ ਉਹਦਾ ਨਾਂ ਹੈਗਾ ਸੀਗਾ, ਹੁਣ ਯਾਦ ਆ ਜਾਊਗਾ, ਮੈਂ 30 ਹਜ਼ਾਰੀ ਨਵੀਂ ਬਣਦੀ ਪਈ ਸੀ, ਉਹਦੇ ਵਿੱਚੋਂ ਨਿਕਲ ਕੇ ਪਿੱਛੇ ਜਾ ਕੇ ਵਿਕਟੋਰੀਆ, ਮੈਂ ਵਿਕਟੋਰੀਆ ਕਨਵੈਂਟ ਦੇ ਵਿੱਚ, ਮੈਂ ਉਹ ਨਰਸਰੀ KG ਦੇ ਵਿੱਚ ਮੈਨੂੰ ਪਾਇਆ, 3-4 ਸਾਲ ਦੀ ਮੇਰੀ ਉਮਰ ਸੀ। ਮੈਂ ਵਾਪਸ ਆਇਆ ਤੇ ਮੈਂ ਇੱਕ ਦਿਨ ਆਪਣੇ ਪਿਤਾ ਨੂੰ ਪੁੱਛਿਆ, ਮੈਂ ਕਿ ਜੀ ਇਹਦਾ ਨਾਂ 30 ਹਜ਼ਾਰੀ ਕਿਉਂ ਹੈ ਜੀ, ਇੱਥੇ ਕੋਈ 30,000 ਨੋਟ ਪਏ ਆ ਜਾਂ ਸਿੱਕੇ ਪਏ ਆ। ਦੈਨ ਮਾਈ ਫਾਦਰ ਟੋਲਡ ਮੀ ਕਿ ਸਿੱਖਾਂ ਦੀ 30,000 ਦੀ ਫੌਜ ਇੱਥੇ ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਔਰ ਸਾਰੇ ਜਰਨਾਲਾਂ ਦੀ ਅਗਵਾਈ 'ਚ ਰਹੀ ਸੀ। ਹੁਣ ਇਹ ਗੱਲ ਮੇਰੇ ਦਿਮਾਗ ਸੀਗੀ। ਮੈਨੂੰ ਇਹ ਪਤਾ ਸੀਗਾ ਕਿ ਮੋਰੀ ਗੇਟ ਕਿਉਂ ਨਾ ਹੈ, ਮੈਨੂੰ ਇਹ ਪਤਾ ਸੀ ਪੁੱਲ ਮਠਾਈ ਕਿਉਂ ਨਾ ਹੈ। ਜਦੋਂ ਗੁਰੂ ਘਰ ਦੀ ਸੇਵਾ ਸੰਗਤ ਨੇ ਦਿੱਤੀ ਤੇ ਮੈਂ ਫਤਿਹ ਦਿਵਸ ਪਹਿਲੀ ਦਫਾ 2014, 15, 16, 17, 18 5 ਸਾਲ ਲਗਾਤਾਰ ਮੰਨਦਾ ਰਿਹਾ। 3 ਸਾਲ ਤੋਂ ਨਹੀਂ ਬਣਾ ਸਕੀ ਕਮੇਟੀ, ਉਹ ਵਜ੍ਹਾ ਉਹ ਜਾਣਦੇ ਹੋਣਗੇ, ਲੇਕਿਨ ਮੈਂ ਸਮਝਦਾ ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਇਤਿਹਾਸ ਮੈਂ ਲੋਕਾਂ ਤੱਕ ਲੈ ਕੇ ਆਇਆ।
ਔਰ ਉਹ ਇਤਿਹਾਸ ਸੁਣਨ ਤੋਂ ਬਾਅਦ ਦੁਨੀਆ ਭਰ ਦੇ ਲੋਕੀ 2 ਦਿਨ ਟੀਵੀ ਛੱਡਦੇ ਨਹੀਂ ਸੀਗੇ ਕਿ ਲੱਖ ਬੰਦਾ ਉੱਥੇ ਲਾਲ ਕਿਲ੍ਹੇ ਦੇ ਮੈਦਾਨ ਤੇ ਆ ਜਾਂਦਾ ਸੀਗਾ ਜਿੱਥੇ ਪ੍ਰਧਾਨ ਮੰਤਰੀ ਸਪੀਚ ਦਿੰਦਾ ਸੀ ਗੁਰੂ ਸ਼ਬਦ ਗਾਇਨ ਕਰਨ ਵਾਸਤੇ। ਇਸੇ ਤਰੀਕੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਿੱਲੀ 'ਚ ਹੋਈ। ਕਿੱਡੀ ਵੱਡੀ ਸ਼ਹਾਦਤ ਸੀ, ਪਹਿਲਾ ਸਿੱਖਾਂ ਦਾ ਜਰਨੈਲ ਸੀ, ਪਹਿਲਾ ਸਿੱਖ ਬਾਦਸ਼ਾਹ ਸੀ, 10ਮ ਗੁਰੂ ਦਾ ਸਿੱਖ ਸੀ। ਹੁਣ ਤੁਸੀਂ ਇਹ ਦੇਖੋ, ਕਈ ਐਸੀਆਂ ਹਿੰਦੂ ਆਰਗੇਨਾਈਜੇਸ਼ਨਸ ਨੇ ਜਿਹੜਾ ਬੰਦਾ ਬਹਾਦਰ ਨੂੰ ਬੰਦਾ ਬਹਾਦਰ ਕਹਿਣ ਨੂੰ ਤਿਆਰ ਨਹੀਂ, ਉਹਨੂੰ ਬੰਦਾ ਬੈਰਾਗੀ ਕਰਕੇ ਐਡਰੈਸ ਕਰਦੇ ਸੀ। ਠੀਕ ਕਹਿ ਰਹੇ ਹੋ, ਠੀਕ ਹੈ। ਮੈਨੂੰ ਯਾਦ ਹੈ ਜਦੋਂ ਪ੍ਰਧਾਨ ਮੰਤਰੀ ਆਏ 25000 ਬੰਦੇ ਦੇ ਵਿੱਚ ਔਰ ਸਟੇਜ ਮੇਰੇ ਕੋਲ ਸੀ, ਮੈਂ ਸ਼ੁਰੂ ਕੀਤੀ ਉੱਥੋਂ ਹੀ। ਉੱਧਰ ਵੀ ਸਾਰੀ ਵਜ਼ਾਰਤ ਬੈਠੀ, ਹਰਿਆਣੇ ਦੇ ਚੀਫ ਮਿਨਿਸਟਰ ਤੋਂ ਲੈ ਕੇ ਤੇ ਕਈ ਕੈਬਨਿਟ ਵਜ਼ੀਰ ਬੈਠੇ। ਮੈਂ ਸ਼ੁਰੂ ਇੱਥੋਂ ਕੀਤਾ। ਮੈਂ ਕਿਹਾ ਕਿਉਂਕਿ ਮੋਦੀ ਸਾਹਿਬ ਜਿਹੜੇ ਨੇ ਇਹ ਬੀਜੇਪੀ ਨੂੰ ਬਿਲੋਂਗ ਕਰਦੇ ਔਰ ਬੀਜੇਪੀ ਦੀ ਤਾਕਤ ਜਿਹੜੀ ਉਹ ਆਰਐਸਐਸ ਹੈ, ਹਾਂਜੀ, ਉਹ ਕਿਤੇ ਨਾ ਕਿਤੇ ਬੰਦਾ ਬੈਰਾਗੀ ਔਰ ਬੰਦਾ ਸਿੰਘ ਬਹਾਦਰ 'ਚ ਫਰਕ ਰੱਖਦੇ ਨੇ। ਮੇਰਾ ਲੈਕਚਰ ਉੱਥੇ ਸ਼ੁਰੂ ਹੋਇਆ ਜਦੋਂ ਮੈਂ ਜੀ ਆਇਆਂ ਕੀਤਾ ਪ੍ਰਧਾਨ ਮੰਤਰੀ ਦਾ, ਤੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਐਡਰੈਸ ਕਰਕੇ ਬੋਲਿਆ, ਮੈਂ ਕਿਹਾ ਮੋਦੀ ਜੀ, जब बंदा बैरागी ने अपने सीने से विभूति उतार के और गुरु दसम पिता के चरण स्पर्श किए और गुरु साहब ने आशीर्वाद दे के उनको अमृत की दात बख्शी और शस्त्र धारण किए, वो एक डिफरेंट पर्सनैलिटी था। वो बंदा सिंह बहादुर था। वो बंदा सिंह बहादुर था जिसने कहाँ नंदेड़ से चल के छप्पड़ छिड़ी, उसके पास फौज नहीं थी। गुरु गोबिंद सिंह ने 5 तीर दिए, नगाड़ा दिया और 5 सिख दिए, और वो एक किस्म का निहत्था सिर्फ गुरु का आशीर्वाद लेके चला था। और उसने मुग़लों की सबसे ताकतवर जो रियासत थी छप्पड़ छिड़ी के मैदान में, जिसने छोटे साहबजादों को नींव में चुना था, उसको नेस्ते नाबूद कर दिया और पहला इंडिपेंडेंट सिख राज इस्टैबलिश किया। हुण ये गल्लां प्रधानमंत्री ਦੇ ਅੱਗੇ ਕਹਿਣਾ ਕਿ ਪਿੰਡੇ ਤੋਂ ਭਭੂਤੀ ਲਾ ਕੇ ਸੁੱਟੀ, ਗੱਲ ਨੂੰ ਸਮਝੋ। ਔਖਾ ਕੰਮ। ਅਸੀਂ ਆਪਣੀ ਗੱਲ ਵੀ ਕੀਤੀ, ਬਿਲਕੁਲ। ਅਸੀਂ ਇਹ ਵੀ ਦੱਸ ਦਿੱਤਾ ਕਿ ਉਹ ਜਦੋਂ ਬੰਦਾ ਸਿੰਘ ਬਹਾਦਰ ਬਣਿਆ ਤਾਂ ਗੁਰੂ ਦੀ ਤਾਕਤ ਉਹਦੇ ਵਿੱਚ ਆਂਦੀ ਹੈ, ਗੁਰੂ ਦਾ ਆਸ਼ੀਰਵਾਦ ਉਹਦੇ ਵਿੱਚ ਆਂਦਾ ਹੈ। ਜੀ ਜੀ, ਸੋ ਇਹ ਗੱਲ ਹੈ। ਬਿਲਕੁਲ। ਪੰਜਾਬੀ ਤੋਂ ਲੈ ਕੇ ਮੈਂ ਤੁਹਾਡਾ ਸਪੋਰਟ ਜ਼ਰੂਰ ਚਾਹਾਂਗਾ। ਜਿਵੇਂ ਤੁਸੀਂ ਆਪਣੀ ਮੁਹਿੰਮ 2003 'ਚ ਛੇੜੀ ਸੀ, ਜਦੋਂ ਤੁਸੀਂ ਦਿੱਲੀ ਗਵਰਨਮੈਂਟ ਔਰ ਇੰਡੀਅਨ ਗਵਰਨਮੈਂਟ ਨਾਲ ਮਿਲ ਕੇ ਪੰਜਾਬੀ ਨੂੰ ਦਿੱਲੀ ਦੀ ਸੈਕੰਡ ਰਾਜ ਭਾਸ਼ਾ ਬਣਾਇਆ ਸੀ, ਤੇ ਉਸ ਨੂੰ ਹੋਰ ਅੱਗੇ ਕੈਰੀ ਫਾਰਵਰਡ ਕਰਨ ਲਈ ਤੁਹਾਡੀ ਜ਼ਰੂਰ ਸਪੋਰਟ ਦੀ ਲੋੜ ਪਏਗੀ, ਕਿਉਂਕਿ ਅੱਜ ਵੀ ਨਵੀਂ ਪਨੀਰੀ ਦੇ ਜਿਹੜੇ ਬੱਚੇ ਨੇ ਉਹ ਗੁਰਮੁਖੀ ਲਿਖਣਾ ਪੜ੍ਹਨਾ ਤੇ ਬਹੁਤ ਅੱਗੇ ਦੀ ਗੱਲ ਹੈ, ਉਹ ਚੱਜ ਨਾਲ ਗੱਲ ਨਹੀਂ ਕਰ ਪਾਉਂਦੇ ਪੰਜਾਬੀ ਦੇ ਅੰਦਰ। ਤੇ ਇਹਦੇ ਅੰਦਰ ਤੁਸੀਂ ਕਿਸ ਤਰੀਕੇ ਨਾਲ ਅੱਗੇ ਸਪੋਰਟ ਕਰ ਪਾਓਗੇ? ਦੇਖੋ, ਇਹਦੇ 'ਚ ਨਾ ਇੱਕ ਤਾਂ ਇਹ ਸਟਾਈਲ ਹੋ ਗਿਆ ਸੀਗਾ ਕਿ ਜੇ ਪੰਜਾਬੀ ਬੋਲੀਏ ਤੇ ਅਸੀਂ ਰਸਟਿਕ ਲੱਗਾਂਗੇ, ਅਸੀਂ ਪੇਂਡੂ ਲੱਗਾਂਗੇ। ਮੈਂ ਸਮਝਦਾ ਕਿ ਪੰਜਾਬੀ ਦੀ ਲੜਾਈ ਬੜੀ ਲੰਬੀ ਲੜੀ ਹੈ। ਮੇਰੇ ਪਰਿਵਾਰ ਨੇ 1964 'ਚ ਜਥੇਦਾਰ ਜੀ ਨੇ ਸ਼ੁਰੂ ਕੀਤੀ ਸੀ। 1975 'ਚ ਸੜਕਾਂ ਦੇ ਨਾਮ ਪੰਜਾਬੀ 'ਚ ਲਿਖਣੇ ਸ਼ੁਰੂ ਹੋਏ। 1980 'ਚ ਜਥੇਦਾਰ ਜੀ ਨੇ ਪੰਜਾਬੀ ਅਕੈਡਮੀ ਬਣਾਈ, ਜਿਹਦੇ 'ਚ ਡਾਕਟਰ ਡੁਗਲ, ਡਾਕਟਰ ਜਸਪਾਲ ਸਿੰਘ, ਅੰਮ੍ਰਿਤਾ ਪ੍ਰੀਤਮ ਵਰਗੇ ਪੁਰਸ਼ ਔਰ ਰਾਈਟਰ ਇਹਦੇ ਵਿੱਚ ਮੌਜੂਦ ਰਹੇ। ਲੇਕਿਨ ਉਹ ਲੜਾਈ 2003 'ਚ ਮੈਂ ਜਿੱਤੀ, ਜਦੋਂ ਮੈਂ ਸੈਕੰਡ ਲੈਂਗੁਏਜ ਸਟੇਟਸ ਲੈਣ 'ਚ ਕਾਮਯਾਬ ਹੋ ਗਿਆ। ਸੈਂਟਰ ਦੇ ਵਿੱਚ ਵਾਜਪਾਈ ਦੀ ਸਰਕਾਰ ਸੀ, ਸਟੇਟ 'ਚ ਸ਼ੀਲਾ ਦੀ ਸਰਕਾਰ ਸੀ। ਦੋਵੇਂ ਸਰਕਾਰਾਂ ਤੋਂ ਲੈਣੀ ਸੀ ਔਰ ਮੈਂ ਕਾਮਯਾਬ ਹੋਇਆ। ਲੇਕਿਨ ਅੱਜ ਵੀ ਕਿਤੇ ਨਾ ਕਿਤੇ ਵੋਕੇਸ਼ਨਲ ਕੋਰਸਿਸ ਦੇ ਬਹਾਨੇ ਤੇ ਜਾਂ ਕੋਈ ਨਾ ਕੋਈ ਹੋਰ ਨਵੇਂ ਕੋਰਸਿਸ ਐਡ ਕਰਨ ਦੇ ਬਹਾਨੇ ਰੀਜਨਲ ਲੈਂਗੁਏਜਸ ਦਾ ਘਾਣ ਹੋ ਜਾਂਦਾ ਹੈ। ਉਹਦਾ ਘਾਣ ਮਤਲਬ ਰੀਜਨਲ ਲੈਂਗੁਏਜ ਖਾਲੀ ਪੰਜਾਬੀ ਨਹੀਂ ਹੁੰਦੀ। ਪੰਜਾਬੀ ਦੇ ਨਾਲ ਉਰਦੂ ਹੈ, ਪੰਜਾਬੀ ਦੇ ਨਾਲ ਬੰਗਾਲੀ ਹੈ, ਬੰਗਾਲੀ ਦੇ ਨਾਲ ਸੰਸਕ੍ਰਿਤ ਹੈ। ਇਹ ਜਿਹੜੀਆਂ ਤਾਮਿਲ ਹੈ, ਇਹ ਰੀਜਨਲ ਲੈਂਗੁਏਜ ਨੂੰ ਪਿੱਛੇ ਕਰਕੇ ਉਹਨਾਂ ਨੂੰ ਕੰਪਲਸਰੀ ਕਰ ਦਿੰਦੇ ਨੇ। ਲੇਕਿਨ ਜਦੋਂ ਵੀ ਇਹ ਹੁੰਦਾ ਹੈ ਕਾਲਜਾਂ ਦੇ ਵਿੱਚ ਜਾਂ ਸਕੂਲਾਂ 'ਚ, ਦਿੱਲੀ ਦੀਆਂ ਜਿੰਨੀਆਂ ਟੀਚਰ ਐਸੋਸੀਏਸ਼ਨ ਕਿਸੇ ਕੋਲ ਨਹੀਂ ਜਾਂਦੀਆਂ, ਸਾਡੇ ਕੋਲ ਆਉਂਦੀਆਂ ਨੇ। ਉਹ ਕਹਿੰਦੇ ਨੇ ਕਿ ਤੁਸੀਂ ਪੰਜਾਬੀ ਦੀ ਲੜਾਈ ਕਰੋਗੇ, ਸਾਡੀ ਜ਼ੁਬਾਨ ਆਪੇ ਹੀ ਬਦਲ ਜਾਏਗੀ, ਆਪਣੀ ਆਪ ਹੀ ਬਚ ਜਾਊਗੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਕੇਜਰੀਵਾਲ ਨਾਲ ਲੜਾਈ ਕੀਤੀ, ਕੇਜਰੀਵਾਲ ਨੇ ਜ਼ੁਬਾਨ ਖਤਮ ਕੀਤੀ ਸੀ। ਉਰਦੂ ਅਖਬਾਰਾਂ ਦੇ ਵਿੱਚ ਭਰਿਆ ਪਿਆ ਸੀਗਾ। ਮੈਨੂੰ ਕਈਆਂ ਦੇ ਫੋਨ ਆਏ, ਜੀ ਉਰਦੂ ਅਖਬਾਰਾਂ ਵਿੱਚ ਤੁਹਾਡੀ ਬੜੀ ਕਵਰੇਜ ਹੋ ਰਹੀ ਹੈ, ਕਿਉਂਕਿ ਉਰਦੂ ਜ਼ੁਬਾਨ ਨਾਲ ਬਚ ਰਹੀ ਸੀ। ਐਂਡ ਵੀ ਵਰ ਲੱਕੀ ਐਂਡ ਵੀ ਵਰ ਏਬਲ ਟੂ stop that elimination of regional languages, basically ਪੰਜਾਬੀ ਲੈਂਗੁਏਜ। ਮੈਂ ਤੁਹਾਡੇ ਰਾਹੀਂ, ਕਿਉਂਕਿ ਤੁਹਾਡੀ ਫੈਨ ਫੋਲੋਇੰਗ ਬੜੀ ਹੈ, ਮੈਂ ਤੁਹਾਡੇ ਰਾਹੀਂ ਅਵੇਅਰਨੈਸ ਲਿਆਉਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਬੜੀਆਂ ਕਮਿਊਨਿਟੀ ਬੜੀ ਹੈ। ਤੁਸੀਂ ਜਿੰਦਲ, ਮਿੱਤਲ, ਗਰਗ, ਗੋਇਲ, ਸੰਗਰੂਰ, ਪਟਿਆਲਾ, ਅੰਮ੍ਰਿਤਸਰ ਭਰਿਆ ਪਿਆ। ਬਿਲਕੁਲ। ਤੁਸੀਂ ਮੰਨੋਗੇ, ਮੈਂ ਕਈ IAS ਅਫਸਰਾਂ ਨੂੰ ਮਿਲਦਾ ਵਾਂ ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ, ਪੰਜਾਬੀ ਨੇ ਜੀ, ਔਰ ਮੈਂ ਹੈਰਾਨ ਰਹਿ ਗਿਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ IAS ਬਣੇ ਹੋ, ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਪੰਜਾਬੀ ਆਪਟ ਕਰਕੇ, ਜਿੱਦਾਂ IAS ਦੇ ਪੇਪਰ ਅੰਗਰੇਜ਼ੀ ਦੇ ਸਕਦੇ ਹੋ ਨਾ, ਤੁਸੀਂ ਰੀਜਨਲ ਲੈਂਗੁਏਜਸ ਵੀ ਦੇ ਸਕਦੇ ਹੋ। ਔਰ ਜਦੋਂ ਰੀਜਨਲ ਲੈਂਗੁਏਜਸ ਦਿੰਦੇ ਹੋ, ਤੁਹਾਡਾ ਕੰਪੀਟੀਸ਼ਨ ਘਟ ਜਾਂਦਾ ਹੈ।
ਇੰਗਲਿਸ਼ ਦੇ ਵਿੱਚ ਤੇ ਹਜ਼ਾਰਾਂ ਲੱਖਾਂ ਬੰਦਾ ਦੇ ਰਿਹਾ ਹੈ, ਪੰਜਾਬੀ ਦੇ ਵਿੱਚ ਦੇਣ ਵਾਲੇ ਤਾਂ ਬਹੁਤ ਥੋੜ੍ਹੇ ਜਿਹੇ ਹੋਣਗੇ। ਉਹਨਾਂ ਆਖਿਆ ਕਿ ਅਸੀਂ ਪੰਜਾਬੀ ਜ਼ੁਬਾਨ 'ਚ IAS ਦਾ ਪੇਪਰ ਦਿੱਤਾ ਔਰ ਅਸੀਂ IAS ਬਣੇ ਆ। ਬੜੇ ਮੈਂ ਮਾਣ ਤੁਹਾਡੇ ਰਾਹੀਂ, ਬਹੁਤ ਮਾਣ ਵਾਲੀ ਗੱਲ ਹੈ ਭਾਈ। ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਪੰਜਾਬੀ ਪੜ੍ਹ ਲਓ ਬੱਚਿਓ, ਇਹ ਕੰਮ ਆਏਗੀ ਜੇ। ਇਹ ਆਪਣੀ ਗੁਰੂ ਦੀ ਜ਼ੁਬਾਨ ਹੈ, ਆਪਣੀ ਗੁਰਬਾਣੀ ਦੀ ਜ਼ੁਬਾਨ ਹੈ, ਗੁਰੂ ਸ਼ਬਦ ਦੀ ਜ਼ੁਬਾਨ ਹੈ। ਔਰ ਜਦੋਂ ਗੁਰੂ ਸ਼ਬਦ ਦੀ ਜ਼ੁਬਾਨ ਪੜ੍ਹੋਗੇ, ਇਹ ਗੁਰੂ ਸ਼ਬਦ ਤੁਹਾਨੂੰ ਆਸ਼ੀਰਵਾਦ ਦੇਗਾ, ਤੁਸੀਂ ਵੀ IAS ਬਣੋਗੇ, IAFS ਬਣੋਗੇ, IRS ਬਣੋਗੇ। ਸੋ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਸੀ। ਇੱਕ ਛੋਟਾ ਜਿਹਾ ਸੁਜੈਸ਼ਨ ਮੈਂ ਜ਼ਰੂਰ ਦੇਣਾ ਚਾਹਾਂਗਾ ਇੱਥੇ, ਅਗਰ ਹੋ ਸਕੇ ਫਿਊਚਰ 'ਚ ਅਗਰ ਕਰ ਸਕੀਏ, ਜੋ ਸਾਡੇ ਨਾਨ ਪੰਜਾਬੀ ਸਕੂਲ ਨੇ ਦਿੱਲੀ ਦੇ ਅੰਦਰ, ਉਹਨਾਂ ਦੇ ਅੰਦਰ ਪੰਜਾਬੀ ਸਬਜੈਕਟ ਚਾਹੇ ਆਪਸ਼ਨਲ ਰੱਖਿਆ ਜਾਏ, ਲੇਕਿਨ ਹੋਏ ਜ਼ਰੂਰ ਕਿ ਇੱਕ ਟੀਚਰ ਹੋਏ ਜੋ ਪੰਜਾਬੀ ਬੱਚਿਆਂ ਨੂੰ ਪੜ੍ਹਾ ਸਕੇ ਜਾਂ ਉਹਨਾਂ ਦੇ ਸਾਰੇ ਕੁਐਸਚਨਸ ਦਾ ਆਨਸਰ ਦੇ ਸਕੇ, ਉਹਨਾਂ ਦੀ ਹੈਲਪ ਕਰ ਸਕੇ ਪੰਜਾਬੀ ਵਾਸਤੇ। ਅਗਰ ਬੱਚਾ ਆਪਟ ਕਰਨਾ ਚਾਹੇ ਤਾਂ ਉਹ ਵੀ ਲੈ ਸਕੇ, ਅਗਰ ਹੋ ਸਕੇ ਤਾਂ। ਇਹ ਆਲਰੇਡੀ ਹੈ। ਅੱਛਾ। ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਪੰਜਾਬੀ ਸੈਕੰਡ ਲੈਂਗੁਏਜ ਸਟੇਟਸ ਦਾ ਮਤਲਬ ਕੀ ਹੈ ਕਿ 6 ਬੱਚੇ ਅਗਰ ਇੱਕ ਕਲਾਸ 'ਚ ਕਹਿਣ ਕਿ ਮੈਂ ਪੰਜਾਬੀ ਪੜ੍ਹਨਾ ਚਾਹੁੰਦਾ, ਤੇ ਸਕੂਲ ਨੂੰ ਪੰਜਾਬੀ ਟੀਚਰ ਪ੍ਰੋਵਾਈਡ ਕਰਨਾ ਪੈਂਦਾ। ਅੱਛਾ। ਲੇਕਿਨ ਇਹ ਅਵੇਅਰਨੈਸ ਨਹੀਂ ਹੈਗੀ। ਅੱਜ ਤੁਸੀਂ ਮੈਨੂੰ ਸਵਾਲ ਪੁੱਛਿਆ, ਲੋਕਾਂ ਤੱਕ ਜਾਏਗਾ। ਜੀ। ਕਈ ਸਕੂਲਾਂ ਦੇ ਵਿੱਚ ਤਾਂ ਮੈਂ ਆਪ ਜਾ ਕੇ ਬੱਚਿਆਂ ਨੂੰ ਪੰਜਾਬੀ ਦਵਾਈ ਕਿ ਜੀ ਅਸੀਂ ਸਟੂਡੈਂਟ ਹਾਂ ਪਰ ਸਾਨੂੰ ਫੇਰ ਵੀ ਨਹੀਂ ਦੇ ਰਹੇ, ਮੈਂ ਉੱਥੇ ਜਾ ਕੇ ਪੰਜਾਬੀ ਦਵਾਈ। ਸੋ ਦਿਸ ਇਜ਼ ਆਲਰੇਡੀ ਦੇਅਰ ਐਂਡ ਬਾਈ ਲਾਅ we can demand a teacher if we are 6 children in a class to study Punjabi. So ਇਸ ਨੂੰ ਹੋਰ ਅਵੇਅਰਨੈਸ ਫੈਲਾਉਣ ਦੀ ਲੋੜ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਿਸਾਨ ਅੰਦੋਲਨ, ਸਾਡੇ ਕਿਸਾਨ ਜੋ ਪਿਛਲੇ ਇੰਨੇ ਟਾਈਮ ਤੋਂ ਇੱਥੇ ਸੰਘਰਸ਼ ਕਰ ਰਹੇ ਨੇ ਸਿੰਘੂ ਬਾਰਡਰ ਤੇ ਔਰ ਬਾਕੀ ਜਗ੍ਹਾ ਤੇ, ਉਹਨਾਂ ਦੀ ਹਾਲਤ ਬਹੁਤ ਖਰਾਬ ਹੈ। ਮੈਂ ਵੀ 2-3 ਵਾਰੀ ਉੱਥੇ ਹੋ ਕੇ ਆਇਆ, ਬਹੁਤ ਮਾੜੀ ਹਾਲਤ ਹੈ। ਤੇ ਉਹਨਾਂ ਦੀ ਸਪੋਰਟ ਵਾਸਤੇ ਅਗਰ ਤੁਸੀਂ ਆਪਣੇ ਰਾਏ ਦੱਸੋ ਤੇ। ਇਸ ਤਰ੍ਹਾਂ ਹੈ ਕਿ ਜਦੋਂ ਇਸ ਅੰਦੋਲਨ ਚੱਲਿਆ ਜੀ, ਹਰ ਕਿਸਮ ਦੀ ਜੋ ਉੱਥੇ ਰਿਕੁਆਇਰਮੈਂਟ ਸੀਗੀ, ਰਾਸ਼ਨ ਤੋਂ ਲੈ ਕੇ, ਤੰਬੂਆਂ ਤੋਂ ਲੈ ਕੇ, ਦਰੀਆਂ ਤੋਂ ਲੈ ਕੇ, ਕੰਬਲਾਂ ਰਜਾਈਆਂ ਤੋਂ ਲੈ ਕੇ, ਡਰਾਈ ਫਰੂਟ ਟਨਾਂ ਦੇ ਟਨ ਸਾਡੇ ਦੋਸਤਾਂ ਨੇ ਵੰਡਿਆ। ਤੁਸੀਂ ਦੇਖਿਆ ਹੋਣਾ ਟੀਵੀ ਤੇ ਬਹੁਤ ਹੋਇਆ, ਸੋਸ਼ਲ ਮੀਡੀਆ ਤੇ। ਹੀਟਰਸ, ਪੱਖੇ, ਗੀਜ਼ਰ, ਇਹ ਸਾਰੀ ਚੀਜ਼ ਇਹ ਤਾਂ ਇੱਕ ਚੀਜ਼ ਹੋ ਗਈ ਕਿ ਜੋ ਉਹਨਾਂ ਦੀ ਮਦਦ ਸੀਗੀ ਜੀ। ਲੇਕਿਨ ਜੋ 26 ਜਨਵਰੀ ਤੋਂ ਬਾਅਦ ਹੋਇਆ, ਮੈਂ ਸਮਝਦਾ ਉਹ ਕਿਤੇ ਨਾ ਕਿਤੇ ਆਪਾਂ ਉਹਦੇ 'ਚ ਉਖੜੇ ਆ। ਜੀ। ਕੁਝ ਸ਼ਰਾਰਤੀ ਅਫਸਰਾਂ ਨੇ ਆ ਕੇ ਕਿਸਾਨੀ ਮੋਰਚੇ ਨੂੰ ਖਰਾਬ ਕਰਨ ਦੀ, ਡਿਰੇਲ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਵੀ ਉਹਦੇ ਨਾਲ ਬਹੁਤ ਚਿੰਤਿਤ ਨੇ। ਲੇਕਿਨ ਮੈਂ ਇਹ ਸਮਝਦਾ ਕਿ ਉਸ ਤੋਂ ਬਾਅਦ ਇੱਕ ਮਾਹੌਲ ਬਣ ਗਿਆ ਸੀਗਾ। ਤੁਸੀਂ ਦੇਖੋ 26, 27, 28, 29, 30 ਸਾਰੇ ਸਿੱਖ ਜਗਤ ਦੇ ਵਿੱਚ ਡਰ ਸੀ ਕਿ ਜਿਹੜੀ ਦਾ ਤੁਸੀਂ ਕਿਹਾ ਨਾ ਕਿ 47 ਅਸੀਂ ਸੁਣਦੇ ਸੀ, 84 ਅਸੀਂ ਦੇਖੀ ਹੈ ਜੀ। ਔਰ ਇਹ 26 ਜਨਵਰੀ ਨੂੰ ਇੱਕ ਹਾਲਾਤ ਬਣੇ ਸੀ ਦੁਬਾਰਾ। ਵਾਕਈ ਉਹ ਹਾਲਾਤ ਬਣੇ ਸੀ ਜੀ। ਮੈਨੂੰ ਤੁਸੀਂ ਇਹ ਕਹਿ ਲਓ ਕਿ ਦਿੱਲੀ ਚੋਂ, ਉੜੀਸਾ ਚੋਂ, ਮੱਧ ਪ੍ਰਦੇਸ਼ ਤੋਂ, ਮਹਾਰਾਸ਼ਟਰ ਤੋਂ, ਰਾਜਸਥਾਨ, ਹਰਿਆਣਾ, यूपी सिखों के फ़ोन, हमें डर लग रहा है, हमारे साथ 84 होगी, कितने निशान साहब साड़े जा रहे। आज तक अर्गे चैनल ऐसिया वीडियो दिखा रहे, देखो ये आतंकियों ने राम जन्मभूमि की झांकी तोड़ दी जो 26 जनवरी की परेड में शामिल थी। आज तक तो भी एक्शन लिया, कंगना रनौत तो भी एक्शन लिया। असी जिन्होंने सीसगंज के अगे जाके तिरंगा मार्च कट के भड़काऊ नारे मारे उन्होंने भी एक्शन लिया। जिन्होंने बॉर्डर ते गुरु तेग बहादुर मैमोरीयल तोड़न की कोशिश की, डैमेज करने की, उन्होंने भी एक्शन लिया। जिन्होंने भी निशान साहब साड़िया सब तो पहली FIR कराई। अफसोस कि साढ़े वड्डे लीडर 4-5 दिन घरों नहीं निकले, अपने लाइव बंद करके बैठे सी, क्योंकि मैं इसनूं पोलिटिसाइज़ नहीं करना चाहता तुहाडे इस इंटरव्यू नूं। लेकिन मैं समझदा कि जिन्हां ने ये सेंटीमेंट्स भड़काए सी कि 26 तरीक पहुँचो, तोड़ दिओ सारे बॉर्डर, वो उदण घरां च वड़े रहे सीगे। अज तकरीबन 6000 बच्चे ते केस पिया वे, 307 तो लैके दूजा। अज ये बच्चे जो सरकारी नौकरी अपलाई करन, पासपोर्ट अपलाई करन, तुसीं मल्टीनैशनल च काम कीता, जो तुहाडी नौकरी लगदी है पुलिस रिपोर्ट मंगी जाती है, पुलिस रिपोर्ट च आ जाएगा इन्हां ते ये केस ने 307 की धारा लगी है, लूटिंग की धारा लगी है, पब्लिक प्रॉपर्टी डैमेज करने की धारा लगी है। मैं समझदा कि इन्हों किसी नौकरी नहीं देनी। अज तुसीं कहंदे हो कि असीं जमानतां करा लईआं, जमानत तां लॉ पॉइंट ते है, वो तो वकील कोई भी खड़ा होएगा हो जाएगा, वो तुहाडा रोल नहीं। ये 10 साल जदों केस चलेगा 307, गरीब आदमी वकील कित्थों पेश करेगा। जे किसी का माड़ा मोटा मकान है, उन्हें छप्पड़ दिल्ली च पाया, वो भी विक जाएगा, लेकिन ये केस खत्म नहीं होएगा। अज मेरी सब तो फोरमोस्ट ड्यूटी है, सरकार तो केस खत्म करावांगा। ये बच्चों का भविख नहीं खत्म होने देंगा कि जे 10-12 साल केस चलिया, इन्हां दी नौकरी करने की उम्र ही चली जाएगी। ये डिप्रैशन च बेचारे मर जाणगे, अपने परिवार कदों पालणगे, ये मुल्क की तरक्की दे विच अपने परिवार की चढ़ती कला लई, सिक्खी की चढ़ती कला लई कदों काम करनगे। सो मेरी सब तो प्रायोरिटी जिहड़ी गल है
ਕਿ ਮੇਰੇ ਕੋਲ ਤਾਕਤ ਆਵੇ ਕਿ ਨਾ ਆਵੇ, ਲੇਕਿਨ ਮੈਂ ਸਰਕਾਰ ਨੂੰ ਮਜਬੂਰ ਕਰਾਂਗਾ ਕੇਸ ਵਾਪਸ ਲਵੇ। ਤੁਹਾਡੇ ਵਰਗੀ ਸੋਚ ਔਰ ਜੋ ਤੁਸੀਂ ਰਿਲੀਜੀਅਸ ਪਾਰਟੀ ਉਹਨੇ ਸ਼ੁਰੂ ਕੀਤੀ ਹੈ ਜਾਗੋ, ਸਾਨੂੰ ਬਹੁਤ ਉਮੀਦ ਹੈ ਤੁਹਾਡੇ ਨਾਲ ਔਰ ਜਾਗੋ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਅੰਦਰ ਜੋ ਤੁਸੀਂ ਇੰਨੇ ਅੱਛੇ ਵਿਚਾਰ ਆਪਣੇ ਸਾਡੇ ਨਾਲ ਸ਼ੇਅਰ ਕੀਤੇ ਨੇ, ਇਹਦੇ ਉੱਤੇ ਕੰਮ ਕਰਕੇ ਇੰਪੈਕਟ ਜ਼ਰੂਰ ਆਏਗਾ ਮਾਰਕੀਟ ਦੇ ਅੰਦਰ। ਕੀ ਕਹਿਣਾ ਚਾਹੋਗੇ? ਗੁਰੂ ਮਿਹਰ ਕਰੇਗਾ। ਜਿਸ ਮੰਤਵ ਨਾਲ ਅਸੀਂ ਜਾਗੋ ਪਾਰਟੀ ਸ਼ੁਰੂ ਕੀਤੀ ਔਰ ਪਿਛਲਾ 70 ਸਾਲ ਦਾ ਇਤਿਹਾਸ ਹੈ ਜਥੇਦਾਰ ਸੰਤੋਖ ਸਿੰਘ ਜੀ ਦਾ, ਔਰ ਉਹਨਾਂ ਤੋਂ ਬਾਅਦ ਮੇਰਾ ਗੁਰਦੁਆਰਿਆਂ ਦੇ ਸਕੂਲ ਕਾਲਜ ਖੋਲ੍ਹਣੇ, ਐਜੂਕੇਸ਼ਨ ਦੇ ਉੱਤੇ ਕਾਲਜਾਂ 'ਚ ਮਿਨੋਰਟੀ ਸਟੇਟਸ ਲੈਣਾ। ਅੱਜ ਸਿੱਖ ਬੱਚਿਆਂ ਨੂੰ ਜਿਵੇਂ ਕ੍ਰਿਸਚਨ ਔਰ ਮੁਸਲਿਮ ਕਾਲਜ 'ਚ ਮਿਨੋਰਟੀ ਸਟੇਟਸ ਮਿਲਦਾ ਸੀਗਾ, ਅੱਜ ਸਾਡੇ ਬੱਚਿਆਂ ਨੂੰ ਮਿਲ ਰਿਹਾ। ਇੰਜੀਨੀਅਰਿੰਗ ਕਾਲਜ 'ਚ ਉਹਨਾਂ ਦੇ ਦਾਖਲੇ ਹੋ ਰਹੇ ਨੇ, ਯੂਨੀਵਰਸਿਟੀ 'ਚ ਦਾਖਲੇ ਹੋ ਰਹੇ ਨੇ, ਸਕੂਲਾਂ 'ਚ ਦਾਖਲੇ ਹੋ ਰਹੇ ਨੇ। ਮੈਂ ਸਮਝਦਾ ਹਲੇ ਬੜਾ ਕੁਝ ਕਰਨ ਵਾਲਾ ਵੇ। ਹਲੇ ਕਿਤੇ ਸਾਡੇ ਗੁਰਦੁਆਰਾ ਸਾਹਿਬ ਗਿਆਨ ਗੋਦਰੀ ਸਾਹਿਬ ਹੈ, ਕਿਤੇ ਡਾਂਗਮਾਰ ਸਾਹਿਬ ਹੈ, ਕਿਤੇ ਜੇਲ੍ਹਾਂ 'ਚ ਬੈਠੇ ਸਿੱਖ ਨੇ, ਕਿਤੇ ਸਰਕਾਰਾਂ ਤੋਂ ਕਈ ਐਸੇ ਇਸ਼ੂਜ਼ ਨੇ ਜਿਹੜੇ ਸੋਲਵ ਕਰਨ ਦੀ ਲੋੜ ਹੈ। ਸੰਗਤ ਦਾ ਆਸ਼ੀਰਵਾਦ, ਗੁਰੂ ਦੇ ਸਹਾਰੇ ਇਹ ਲੜਾਈ ਲੜਾਂਗੇ। ਕਾਮਯਾਬੀ ਦੇਣੀ ਗੁਰੂ ਦਾ ਕੰਮ ਹੈ। ਅਸੀਂ ਆਪਣਾ ਐਫਰਟ ਜ਼ਰੂਰ ਕਰਾਂਗੇ, ਜਾਗੋ ਆਪਣਾ ਐਫਰਟ ਜ਼ਰੂਰ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।